तुसी देख रहे हो सोशल मीडिया प्रोग्राम ये मुलाकात एक बहाना है और मैं हाँ KM खालिद। अज तुहाडी मुलाकात कराने मारूफ अदीब मतरजम साहिब तर्ज अदीब जनाब अहमद अदनान तारिक साहब के नाल। ते आओ उन्हां नाल गुफ्तगू करते हैं। जनाब अहमद अदनान तारिक साहब, सर वेलकम टू द शो। बहुत शुक्रिया जी। अहमद साहब, तुसी किहड़ी क्लास च सी ਜਦੋਂ ਤੁਹਾਨੂੰ ਖਿਆਲ ਆਇਆ ਕਿ ਤੁਸੀਂ ਦੂਸਰੇ ਬੱਚਿਆਂ ਨਾਲੋਂ ਖਾਸ ਜੇ, ਤੁਹਾਡੇ 'ਚ ਕੋਈ ਖਾਸ ਆਦਤ ਸੀ ਦੂਸਰੀ ਜਿਹੜੀ ਕਿ ਦੂਸਰੇ ਬੱਚਿਆਂ ਨਾਲ ਤੁਹਾਨੂੰ ਮੁਮਤਾਜ਼ ਕਰਦੀ ਸੀ? ਨਹੀਂ ਸਰ, ਉਹ ਜ਼ਿਆਦਾ ਵੱਡੀ ਗੱਲ ਐਸੀ ਵੀ ਅਸੀਂ ਇੱਕ ਬਹੁਤ ਛੋਟੇ ਜਿਹੇ ਕਸਬੇ 'ਚ ਮੇਰੀ ਵਾਲਦਾ ਜੌਬ ਕਰਦੇ ਸੀ। ਅੱਛਾ। ਤਾਨਲੇ ਵਾਲਾ ਜਿਹੜਾ ਅੱਜ ਤੇ ਉਹਨੂੰ ਤਹਿਸੀਲ ਹੈ ਤੇ ਖਾਸੀ ਵੱਡੀ ਜਗ੍ਹਾ ਹੈ, ਲੇਕਿਨ ਇਹ ਕਿ ਵੀ ਜਦੋਂ ਅਸੀਂ ਉੱਥੇ ਸ਼ਿਫਟ ਹੋਏ ਵਾਲਦਾ ਦੀ ਜੌਬ ਦੀ ਵਜ੍ਹਾ ਨਾਲ, ਇੱਕ ਹੀ ਹਾਈ ਸਕੂਲ ਸੀ ਲੜਕੀਆਂ ਦਾ। ਉਹ ਫਿਰ ਹਾਈ ਸਕੂਲ ਜਿੰਨੇ ਵੀ ਨੇ ਨਾ ਜੀ ਤੁਹਾਡੇ ਪੁਰਾਣੇ, ਉਹਨਾਂ ਦੇ ਬੱਚਿਆਂ ਦੀਆਂ ਲਾਇਬ੍ਰੇਰੀਜ਼ ਨੇ, ਬੱਚਿਆਂ ਦੀਆਂ ਕਿਤਾਬਾਂ ਦੀਆਂ। ਜਿਸ ਦੌਰ ਦੀ ਮੈਂ ਗੱਲ ਕਰ ਰਿਹਾ 68 69 ਦੀ, ਜਦੋਂ ਮੈਂ 5-6 ਸਾਲ ਦਾ ਸੀ, ਉਦੋਂ ਹਰ ਸਕੂਲ ਦੇ ਵਿੱਚ ਜਿਹੜੀ ਲਾਇਬ੍ਰੇਰੀ ਸੀ ਉਦੋਂ ਇੱਕ ਹੀ ਅਦਾਰਾ ਸੀ, ਫਿਰੋਜ਼ਸੰਸ। ਅੱਛਾ। ਜਿਨ੍ਹਾਂ ਦੀਆਂ ਬੱਚਿਆਂ ਦੀਆਂ ਕਿਤਾਬਾਂ ਹਰ ਹਾਈ ਸਕੂਲ ਦੀ ਲਾਇਬ੍ਰੇਰੀ ਸੀ ਔਰ ਉਹ ਰਿਕਮੈਂਡਡ ਸਨ। ਉਹ ਇੰਨੀਆਂ ਖੂਬਸੂਰਤ ਕਿਤਾਬਾਂ ਸਨ ਵੀ ਉਹ ਮੇਰੀ ਐਕਸੈਸ ਸੀ ਅੰਮੀ ਦੀ ਲਾਇਬ੍ਰੇਰੀ 'ਚ। ਮੈਂ ਛੋਟੇ ਹੁੰਦਿਆਂ ਉਹਨਾਂ ਜਾਣਾ, ਆਂਟੀ ਸਰਵਰ ਸਾਹਿਬ। ਹਾਂਜੀ। ਕਿਹੜੀ ਕਲਾਸ ਤਕਰੀਬਨ? ਜੀ ਜੀ, ਮੈਂ ਸ਼ੁਰੂ ਦੀ ਗੱਲ ਕਰਾਂ, ਦੂਸਰੀ ਤੀਸਰੀ ਕਲਾਸ ਤੋਂ। ਹਾਂਜੀ। ਠੀਕ ਠੀਕ। ਤੇ ਐਕਚੁਅਲ ਇਹ ਹੋਇਆ ਨਾ ਜੀ ਕਿ ਵੀ ਮੈਂ ਫੈਸਲਾਬਾਦ ਤੋਂ ਗਿਆ ਜੀ ਜਦੋਂ ਮੇਰੀ ਮਦਰ ਟ੍ਰਾਂਸਫਰ ਹੋਏ। ਤੇ ਬੇਸਿਕਲੀ ਤੇ ਮੈਂ ਇੰਗਲਿਸ਼ ਮੀਡੀਅਮ ਸਕੂਲ ਪੜ੍ਹ ਰਿਹਾ ਸੀ ਇੱਥੇ ਆਪਣਾ ਜੀ ਫੈਸਲਾਬਾਦ ਜੀ। ਸਹੀ। ਬੱਚੋਂ ਕਾ ਮਦਰਸਾ ਸੀ, ਹੁਣ ਉਹ ਕਾਮਲ ਫਾਊਂਡੇਸ਼ਨ ਹੈ। ਉੱਥੋਂ ਸਡਨਲੀ ਉਹਨਾਂ ਦਾ ਟ੍ਰਾਂਸਫਰ ਹੋਇਆ ਤੇ ਫਿਰ ਮੈਂ ਉੱਥੇ ਚਲਾ ਗਿਆ। ਹੁਣ ਮੈਂ ਜ਼ਿਆਦਾ ਬਾਕੀ ਜਿਹੜੇ ਬੈਚਮੇਟ ਸਨ, ਮੇਰੇ ਸਕੂਲਮੇਟ ਸਨ, ਉਹਨਾਂ ਨਾਲੋਂ ਇੰਗਲਿਸ਼ ਕਿਉਂਕਿ ਸ਼ੁਰੂ ਤੋਂ ਮੈਂ ਪੜ੍ਹ ਰਿਹਾ ਸੀ, ਉਹ ਥੋੜ੍ਹਾ ਜਿਹਾ ਮੈਂ ਮੁਮਤਾਜ਼ ਵੀ ਸੀ, ਪੜ੍ਹੀ ਲਿਖੀ ਫੈਮਿਲੀ ਤੋਂ ਸੀ। ਫਾਦਰ ਮੇਰੇ ਐਕਸਾਈਜ਼ ਆਫਿਸਰ ਸਨ। ਉਹ ਫਿਰ ਅੰਮੀ ਦੇ ਸਕੂਲ ਮੇਰੀ ਐਕਸੈਸ ਸੀ। ਉਹ ਫਿਰ ਜੋ ਲਾਇਬ੍ਰੇਰੀ ਜਾਣਾ, ਤੇ ਆਂਟੀ ਸਰਬਤ ਮੈਨੂੰ ਅੱਛੀ ਤਰ੍ਹਾਂ ਯਾਦ, ਉਹ ਲਾਇਬ੍ਰੇਰੀਅਨ ਹੁੰਦੇ ਸਨ, ਟੀਚਰ ਸਨ ਮੇਰੇ, ਉਹ ਆਂਟੀ ਸਨ। ਉਹਨਾਂ ਨੂੰ ਪਤਾ ਸੀ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਨਾ ਉਹ ਪਸੰਦ ਕਰ। ਕਿਤਾਬਾਂ ਨਹੀਂ ਸੀ ਪਸੰਦ ਕਰਦਾ ਉਹ ਵੱਡੇ ਸਾਈਜ਼ ਦੀਆਂ ਨਾ ਜੀ। ਇਹਨਾਂ ਨੇ ਇਟਲੀ ਦੇ ਇੱਕ ਨਾਸ਼ਰ ਨਾਲ ਨਾ ਜੀ, ਫਿਰੋਜ਼ਸੰਸ ਨੇ ਮਰਜਰ ਕਰਕੇ ਨਾ ਜੀ, ਤੇ ਵੱਡੇ ਸਾਈਜ਼ ਦੀਆਂ ਕਿਤਾਬਾਂ ਛਾਪੀਆਂ ਸੀ ਜਿਨ੍ਹਾਂ 'ਚ ਬਹੁਤ ਵੱਡੀਆਂ ਵੱਡੀਆਂ ਪਿਕਚਰਸ ਸਨ, ਕਲਰਡ, ਥੱਲੇ ਛੋਟਾ ਛੋਟਾ ਲਿਖਿਆ ਹੁੰਦਾ ਸੀ। ਉਹ ਜਿਹੜੇ ਬੱਚਿਆਂ ਨੂੰ ਪੜ੍ਹਨਾ ਨਹੀਂ ਵੀ ਆਉਂਦਾ ਸੀ ਉਹ ਸੁਣ ਲੈਂਦੇ ਸੀ ਸਟੋਰੀਜ਼ ਕਿਸੇ ਵੱਡੇ ਤੋਂ। ਬਸ ਉੱਥੋਂ ਹੀ ਇੰਟਰਸਟ ਡਿਵੈਲਪ ਹੋਇਆ। ਪੂਰੇ ਤਾਨਲੇ ਵਾਲਾ ਜਦੋਂ ਸਿਰਫ 2 ਟੈਲੀਵਿਜ਼ਨ ਸਨ, ਇੱਕ ਸਾਡੇ ਘਰ ਸੀ, ਇੱਕ ਹੋਰ ਸਨ। ਤੇ ਉਹ ਬੱਚੇ ਜਿਹੜੇ ਨੇ ਨਾ ਜੀ ਉਸ ਦੌਰ ਦੇ, ਉਹਨਾਂ ਦੇ ਬਸਤਿਆਂ 'ਚੋਂ ਨਾਵਲ ਹੀ ਨਿਕਲਦੇ ਸੀ। ਉਦੋਂ ਟੀਵੀ ਸ਼ੀਵੀ ਜਾਂ ਵਿਜ਼ੂਅਲ ਜਿਹੜਾ ਨਾ ਜੀ ਕਾਰਟੂਨਸ ਵਗੈਰਾ ਇੰਨਾ ਜ਼ਿਆਦਾ ਬੱਚਿਆਂ ਦੀ ਐਕਸੈਸ 'ਚ ਨਹੀਂ ਸਨ। ਸਹੀ। ਹਾਂਜੀ। ਅੱਛਾ, ਤੁਹਾਡੇ ਤੇ ਇੱਕ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਤੁਸੀਂ ਤਰਜਮਾ ਕਰਦੇ ਹੋ, ਤੁਸੀਂ ਖੁਦ ਕਹਾਣੀ ਵੱਲ ਕਿਉਂ ਨਹੀਂ ਆਏ? ਮੈਨੂੰ ਤੁਸੀਂ ਪਹਿਲੇ ਇਹ ਦੱਸੋ ਵੀ ਤਰਜਮਾ ਨਿਗਾਰੀ ਕੋਈ ਇਲਜ਼ਾਮ? ਪੂਰੀ ਦੁਨੀਆ 'ਚ ਤਬਾਦਾਤ ਲਿਖਣਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਤਰਜਮਾ ਨਿਗਾਰੀ। ਦੇਖੋ ਅੱਜ ਹੁਣ ਮੈਂ ਇਸ ਇੰਟਰਵਿਊ 'ਚ ਕੋਸ਼ਿਸ਼ ਕਰਾਂਗਾ ਵੀ ਕਿਸੇ ਦਾ ਨਾਮ ਨਾ ਲਾਂ। ਪਾਕਿਸਤਾਨ ਦੇ ਵਿੱਚ ਮੈਂ ਤਾਂ ਨਹੀਂ, ਜ਼ਾਰਾ ਕੋਈ ਟੌਪ 'ਤੇ ਹੋਣਾ ਰਾਈਟਰ ਬੱਚਿਆਂ ਦਾ। ਅੱਛਾ, ਜਿਸ ਵੇਲੇ ਉਹ ਬੰਦਾ ਟੌਪ 'ਤੇ ਚਲੇ ਜਾਂਦਾ, ਉਸ ਵੇਲੇ ਉਹਦਾ ਕੰਪੀਟੀਸ਼ਨ ਪਾਕਿਸਤਾਨ 'ਤੇ ਨਹੀਂ ਰਹਿ ਗਿਆ, ਉਹ ਟੌਪ 'ਤੇ ਚਲਾ ਗਿਆ ਨਾ ਜੀ। ਜਾਂ ਤੇ ਟੌਪ ਤੋਂ ਅੱਗੇ ਇਨਫਿਨਿਟੀ ਅੱਲਾ ਮੀਆਂ, ਜਾਂ ਫਿਰ ਵਾਪਸੀ ਹੈ। ਸਹੀ। ਇਸ ਕੋਲੋਂ ਆਪਣੀ ਜਗ੍ਹਾ ਨੂੰ ਕਾਇਮ ਰੱਖਣ ਵਾਸਤੇ ਇੱਕ ਤਬਾਦਾਤ ਰਾਈਟਰ ਨੂੰ ਵੀ ਤੇ ਕਿਸੇ ਕੰਪੀਟੀਸ਼ਨ ਦੀ ਲੋੜ ਹੈ ਨਾ ਜੀ। ਹੁਣ ਜਿਸ ਵੇਲੇ ਮੁਲਕ 'ਚ ਤੁਸੀਂ ਸਾਰਿਆਂ ਨਾਲੋਂ ਹਰ ਦਿਲ ਅਜ਼ੀਜ਼ ਹੋ ਗਏ ਜਾਂ ਬਹੁਤ ਅੱਛਾ ਰਾਈਟਰ ਹੋ ਗਏ, ਫਿਰ ਤੁਸੀਂ ਇੰਟਰਨੈਸ਼ਨਲੀ ਕੰਪੀਟ ਕਰਨਾ ਨਾ ਜੀ। ਸਹੀ। ਹੁਣ ਇੰਟਰਨੈਸ਼ਨਲੀ ਤੇ ਉਰਦੂ ਨਹੀਂ, ਸਾਰੇ ਪਾਸੇ ਇੰਗਲਿਸ਼ ਹੈ ਜ਼ਿਆਦਾ। ਬਿਲਕੁਲ ਸਹੀ। ਹੁਣ ਜਿਸ ਵੇਲੇ ਅਗਰ ਤੁਹਾਡਾ ਕੰਪੀਟੀਸ਼ਨ ਐਸੇ ਲੋਕਾਂ ਨਾਲ ਹੋਏਗਾ ਜਿਹੜਾ ਇੰਟਰਨੈਸ਼ਨਲੀ ਇੰਗਲਿਸ਼ ਜਾਂ ਦੂਜੀਆਂ ਲੈਂਗੁਏਜਸ 'ਚ ਫਰੈਂਚ 'ਚ ਲਿਖਣਗੇ, ਰਸ਼ੀਅਨ 'ਚ ਲਿਖਣਗੇ, ਔਰ ਤੁਹਾਨੂੰ ਪਤਾ ਬੱਚਿਆਂ ਦਾ ਅਦਬ ਜ਼ਿਆਦਾ ਲਿਖਿਆ ਹੀ ਫਰੈਂਚ ਇਹਦੇ 'ਚ, ਚਾਈਨੀਜ਼ 'ਚ ਹੈ, ਰਸ਼ੀਆ 'ਚ ਹੈ, ਠੀਕ ਹੈ ਨਾ ਜੀ, ਇੰਗਲਿਸ਼ 'ਚ ਜ਼ਿਆਦਾ ਲਿਖਿਆ ਗਿਆ। ਹੁਣ ਜਿਸ ਵੇਲੇ ਤੁਸੀਂ ਨਾ ਤੇ ਇੰਗਲਿਸ਼ ਪੜ੍ਹੋਗੇ, ਨਾ ਤੁਸੀਂ ਬਾਹਰ ਵਾਲੇ ਰਾਈਟਰਾਂ ਨੂੰ ਪੜ੍ਹੋਗੇ, ਠੀਕ ਹੈ ਜੀ, ਫਿਰ ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ ਰਹਿ ਜਾਏਗਾ? ਤੁਹਾਨੂੰ ਇੱਕ ਤਰਜਮਾ ਨਿਗਾਰ ਚਾਹੀਦਾ ਹੈ, ਇੱਕ ਤਬਾਦਾਤ ਰਾਈਟਰ ਨੂੰ, ਜਿਹਦੇ ਨਾਲ ਫਿਰ ਉਹ ਕੰਪੀਟੀਸ਼ਨ ਕਰੇ। ਕਿਉਂਕਿ ਤਰਜਮਾ ਨਿਗਾਰ ਨੇ ਤੇ ਪੜ੍ਹ ਕੇ ਤਰਜਮਾ ਕਰਨਾ ਨਾ ਜੀ, ਉਹ ਤੁਹਾਡਾ ਕੰਮ ਉਹ ਕਰ ਰਿਹਾ। ਸਹੀ। ਜ਼ਾਰਾ ਉਹ ਵੀ ਛਪੇਗਾ, ਤੁਸੀਂ ਵੀ ਛਪੋਗੇ, ਤੁਸੀਂ ਉਹਦੇ ਨਾਲ ਕੰਪੀਟ ਕਰੋਗੇ ਤੇ ਤੁਹਾਡਾ ਕੰਮ ਵੀ ਅੱਗੇ ਨਾਲ ਵਧੇਗਾ ਤੇ ਬੱਚਿਆਂ ਨੂੰ ਇੰਟਰੋਡਕਸ਼ਨ ਹੋਏਗੀ ਇੰਟਰਨੈਸ਼ਨਲ ਅਦਬ ਨਾਲ। ਤੇ ਇੱਥੇ ਮੇਰਾ ਕਲੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ। ਇੱਕ ਮਿਥ ਹੈ ਵੀ ਮੇਰੇ ਬਾਰੇ 'ਚ ਕਾਇਮ ਕਰ ਦਿੱਤੀ ਕਿ ਸ਼ਾਇਦ ਮੇਰੀ ਪਰਸਨੈਲਿਟੀ ਵਾਈਜ਼
मैं एम अंग्रेजी सी हर जगह मैं दसना, मेरी मदर एम इंग्लिश सन, मेरे फादर एम इंग्लिश सन। फिर ना जी मैं 29 साल की उम्र तक 33 साल की उम्र तक मैं सारी दुनिया पैरों नाल देखी जी। सारा यूरोप मैं 25 साल च देख लिया सी, सारा एशिया मैं 29 साल तक देख लिया सी, और 33 साल तक मैं सारा अफ्रीका देख लिया सी। वो इहदी वजह नाल फिर दूसरा क्योंकि मैं कहानियाँ, अच्छा मैं वो तुहाडी विसातत नाल जी एक्सप्लेन कर दियां, मैं कहानियाँ तर्जमा किहदा करना, मैं ऐसे राइटर्स का तर्जमा करना ਜਿਹੜੇ ਅਨਨੋਨ ਕਹਾਣੀਆਂ, ਐਸੀਆਂ ਕਹਾਣੀਆਂ ਤਰਜਮਾ ਜਿਹੜੇ ਅਨਨੋਨ ਰਾਈਟਰਸ ਦੀਆਂ, ਜਿਨ੍ਹਾਂ ਦਾ ਰਾਈਟਰ ਕੋਈ ਨਹੀਂ, ਇਹ ਮਾਂ ਬੋਲੀ ਕਹਾਣੀਆਂ ਮੁਖਤਲਿਫ ਮੁਲਕਾਂ ਤੋਂ। ਹੁਣ ਸਾਡੇ ਆਮ ਰਾਈਟਰ ਜਿਹੜੇ ਉਹਨਾਂ ਦੀ ਐਕਸੈਸ ਨਹੀਂ ਬੁੱਕਸ ਨਾਲ ਵੀ, ਉਹ ਨਾ ਇੰਨੇ ਪੈਸੇ ਲਗਾ ਸਕਦੇ ਆ, ਨਾ ਉਹ ਲੱਭਦੇ ਹੀ ਹੈ ਕਿਤਾਬਾਂ। ਉਹ ਜਿਹੜੀਆਂ ਕਹਾਣੀਆਂ ਲੋਕ ਕਹਾਣੀਆਂ ਉਹ ਅਕ੍ਰੋਸ ਦਾ ਬਾਰਡਰ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਹੀ ਅਡਾਪਟ ਕੀਤੀਆਂ ਜਾ ਸਕਦੀਆਂ। तो एक तरह इंटरनेशनली एक इजाफा भी है उर्दू दे विच नवीं कहानियां दा। बस ऐसी कहानी जड़ी हाँ जी जिदा राइटर कोई नहीं, जड़ी साडे पूर्ण है वा मतलब कि वो सब दी कहानी हुन जिन्ना तो मैं मुतासर हां, ओने उन्हां दी जड़ियां कहानियां मैं कीतियां अडॉप्ट कीतियां अपनी खुशी वास्ते। जिवें हांस क्रिश्चियन एंडरसन इंटरनेशनली तुहानूं पता सारे नालों ज़्यादा अच्छा राइटर, ਤੇ ਉਹਨਾਂ ਦਾ ਮੈਂ ਰੈਫਰੈਂਸ ਦਿੱਤਾ। ਤੇ ਦੂਸਰਾ ਇਹ ਵੀ ਕਿ ਵੀ ਅਸੀਂ ਕਿਸ ਮੂੰਹ ਨਾਲ ਕਹਿੰਦੇ ਆ ਵੀ ਅਸੀਂ ਤਰਜਮਾ, ਦੇਖੋ ਤੁਹਾਡੇ ਟੋਟਲ ਅੱਜ ਤੱਕ ਪਾਕਿਸਤਾਨ 1947 ਅਪ ਟੂ ਨਾਓ, ਅਗਰ ਤੁਸੀਂ ਸਾਰਾ ਬੱਚਿਆਂ ਦਾ ਅਦਰ ਚੁੱਕ ਕੇ ਦੇਖੋ ਤੇ 5% ਤਬਾਦਾਦੀ ਹੈ, 95% ਤਾਂ ਤਰਜਮਾ ਤੁਹਾਡਾ। ਬਿਲਕੁਲ ਸਹੀ। ਜਿੰਨੇ ਤੁਹਾਡੇ ਪ੍ਰੋਫੈਸਰ ਸਨ 1978 79 ਜਦੋਂ ਇੱਕ ਉਹ ਇਨਸੀਡੈਂਟ ਹੋਇਆ, ਮਤਲਬ ਜਿਹੜਾ ਗਵਰਨਮੈਂਟ ਸ਼ਿਫਟ ਹੋਈ, ਮਾਰਸ਼ਲ ਲੱਗਾ ਸਾਡਾ, ਉਸ ਤੋਂ ਬਾਅਦ मतलब ਜਿਹੜਾ ਨਾ ਜੀ ਸਾਰੇ ਸਾਡੇ ਜਿਹੜੇ ਫਨੂਨ ਲਤੀਫਾ ਉਹ ਨੋਜ਼ ਡਾਈਵ ਹੋਏ। ਉਹਦੇ ਵਿੱਚ ਬੱਚਿਆਂ ਦਾ ਅਦਬ ਵੀ ਸੀ, ਤੁਹਾਡੇ ਕੰਟੇਨਰ ਆਣੇ ਬੰਦ ਹੋ ਗਏ। ਤੁਹਾਡੇ ਜਿੰਨੇ ਇੰਗਲਿਸ਼ ਦੇ ਰਾਈਟਰ ਸਨ, ਸਲੀਮ ਅਹਿਮਦ ਸਿੱਦੀਕੀ ਸਾਹਿਬ ਸਨ, ਮਕਬੂਲ ਜਹਾਂਗੀਰ ਕਿੱਡਾ ਵੱਡਾ ਨਾਂ ਹੈ ਜੀ ਬੱਚਿਆਂ ਦੇ ਅਦਬ 'ਚ, ਉਹਨਾਂ ਨੇ ਇੱਕ ਕਹਾਣੀ ਵੀ ਆਪਣੀ ਤਬਾਦਾਦ ਨਹੀਂ ਲਿਖੀ। ਉਸ ਪੂਰੇ ਦੌਰ 'ਚ 50 ਬੰਦੇ ਜਿਹੜੇ ਨੇ, ਸਲੀਮ ਅਹਿਮਦ ਸਿੱਦੀਕੀ, ਮਕਬੂਲ ਜਹਾਂਗੀਰ ਸਾਹਿਬ, ਉਸ ਤੋਂ ਬਾਅਦ ਆਪਣਾ ਜਿਹੜੇ ਨੇ ਜ਼ਾਕਿਰ ਇਜਾਜ਼ ਸਾਹਿਬ, ਠੀਕ ਹੈ ਨਾ ਜੀ, ਜ਼ੁਬੈਦਾ ਸੁਲਤਾਨਾ, ਇਹ ਸਾਰੇ ਤਰਜਮਾ ਕਰਦੇ ਸੀ। ਸਿਰਫ 2 ਰਾਈਟਰ ਐਸੇ ਸਨ, ਅਜ਼ੀਜ਼ ਅਸਰੀ ਸਾਹਿਬ ਤੇ ਜਵਾਰ ਤੁਕੀਰ, ਜਿਹੜੇ ਮਤਲਬ ਜਿਹੜਾ ਨਾ ਜੀ ਤਬਾਦਾਦ ਲਿਖਦੇ ਸੀ। ਇਨ ਦਾ ਲੌਂਗ ਰਨ ਫਿਰ ਜਾ ਕੇ ਜਦੋਂ ਇੱਕ ਦੌਰ ਖਤਮ ਹੋ ਰਿਹਾ ਸੀ ਤੇ ਇਸ਼ਤਿਆਕ ਅਹਿਮਦ ਸਾਹਿਬ ਦੀ ਅੱਲਾ ਜਨਨ ਸੀ ਫਿਰ ਐਂਟਰੀ ਹੋਈ, ਠੀਕ ਹੈ ਨਾ ਜੀ। ਅਦਰਵਾਈਜ਼ ਤੇ 2 ਦੇ ਮੁਕਾਬਲੇ 'ਚ 50 ਬੰਦੇ ਤਰਜਮਾ ਕਰਦੇ ਸੀ, 2 ਬੰਦੇ ਤਬਾਦਾਦ ਰਾਈਟਰ ਸਨ। ਇਹ ਤੇ ਕੰਮ ਤੱਕ ਕਿੰਨੇ ਕ ਅਵਾਰਡ ਮਿਲ ਚੁੱਕੇ? ਬਾਕੀ ਤੇ ਫਿਰ ਉਹ ਮਿਲਦੇ ਰਹਿੰਦੇ ਜੀ। ਜ਼ਾਰਾ ਵੀ ਜਿਹੜੀ ਤਕਰੀਬ 'ਚ ਵੀ ਜਾਈਏ ਲਵੋ ਸਦਨਾ, ਹਾਂਜੀ, ਜਿਹੜੀ ਤਕਰੀਬ ਤੇ ਜਾਓ ਤੇ ਉਹ ਮਿਲ ਜਾਂਦੇ ਨੇ ਅਵਾਰਡ ਜੀ। ਸਪੈਸ਼ਲੀ ਖਸੂਸੀ ਤੌਰ ਤੇ ਸਾਥੀ ਵਾਲੇ ਜਿਹੜੇ ਅਵਾਰਡ ਨੇ ਉਹ ਮੇਰੇ ਵਾਸਤੇ ਬੜੇ ਹੈ ਸੀ। ਲੇਕਿਨ ਫਿਰ ਅੱਲਾ ਦਾ ਕਰਮ ਹੋਇਆ 2020 'ਚ ਮੈਂ ਪਹਿਲਾ ਆਪਣਾ UBL ਲਿਟਰੇਰੀ ਅਵਾਰਡ ਵਿਨ ਕੀਤਾ। ਅੱਛਾ। ਉਹਦੇ 'ਚ ਮੇਰੇ ਨਾਲ ਜੁਆਇੰਟ ਅਵਾਰਡ ਸੀ, ਜ਼ਾਰਾ ਮੁਮਤਾਜ਼ ਸਨ, ਆਕਸਫੋਰਡ ਨਾਲ ਹੀ ਉਹਨਾਂ ਦਾ ਤਲਕ ਸੀ ਅਦਾਰੇ ਨਾਲ, ਤੇ ਉਹਨਾਂ ਨੂੰ ਤੇ ਮੈਨੂੰ ਜੁਆਇੰਟ ਅਵਾਰਡ ਮਿਲਿਆ। ਸਹੀ। ਤੇ 4 ਨੋਮੀਨੀ ਸਨ, ਉਹਨਾਂ 'ਚ ਨਜ਼ੀਰ ਅੰਬਾਲਵੀ ਸਾਹਿਬ ਸਨ, ਤਸਨੀਮ ਜਾਫਰੀ ਸਨ, ਮੈਂ ਸਾਂ ਔਰ ਜ਼ਾਰਾ ਮੁਮਤਾਜ਼, ਉਹਦੇ 'ਚ ਅਸੀਂ ਜੁਆਇੰਟ ਵਿਨਰ ਸੀ। ਫਿਰ 2021 ਦੇ ਵਿੱਚ ਜੀ ਫਿਰ ਮੇਰੀ ਨੋਮੀਨੇਸ਼ਨ ਹੋਈ, ਲੇਕਿਨ ਤਸਨੀਮ ਜਾਫਰੀ ਸਾਹਿਬਾ ਔਰ ਸ਼ੁਐਬ ਮਿਰਜ਼ਾ ਸਾਹਿਬ, ਉਹਨਾਂ ਨੂੰ ਉਹ ਅਵਾਰਡ ਮਿਲਿਆ, ਮੈਂ ਰਨਰ ਅਪ ਸਾਂ। ਫਿਰ ਐਤਕੀ ਜਿਹੜਾ ਜੀ ਉਹ ਫਿਰ ਮੇਰਾ ਫਿਰ ਮੈਂ ਵਿਨ ਕੀਤਾ, ਔਰ ਐਤਕੀ ਫਸਟ ਟਾਈਮ ਹਿਸਟਰੀ 'ਚ ਹੋਇਆ ਵੇ ਵੀ ਚਲੋ ਮਤਲਬ ਜਿਹੜਾ ਜੀ ਅੱਗੇ 2 ਬੰਦਿਆਂ ਨੂੰ ਜੁਆਇੰਟ ਅਵਾਰਡ ਦਿੰਦੇ ਸੀ, ਐਤਕੀ ਪਹਿਲੀ ਦਫਾ ਮੈਂ ਪਹਿਲਾ ਇਕੱਲਿਆਂ ਅਵਾਰਡ ਉਹ ਵਿਨ ਕੀਤਾ। ਅੱਛਾ, UBL ਦਾ ਅਵਾਰਡ ਜਿਹੜਾ ਤੁਹਾਡਾ ਤਨਕੀਦ ਦੀ ਜ਼ਦ ਦੇ ਵਿੱਚ ਰਿਹਾ, ਹਾਂਜੀ, ਸੋਸ਼ਲ ਮੀਡੀਆ ਤੇ ਟ੍ਰੋਲਿੰਗ ਸਾਡੀ ਵੀ ਕੀਤੀ ਗਈ, ਹਾਂਜੀ, ਜ਼ਿਆਦਾ ਉਹ ਇਹੀ ਕਹਿ ਰਹੇ ਨੇ ਜੀ ਤਬਾਜ਼ਾਦ ਕਿਤਾਬ ਦੀ ਬਜਾਏ ਮਰਤਬ ਕਿਤਾਬ ਤੇ ਉਹ ਦੇ ਦਿੱਤਾ ਗਿਆ। ਹਾਂਜੀ। ਤੇ ਲੋਕ ਜ਼ਿਆਦਾਤਰ ਉਹ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਉਹ ਸਮਝਦੇ ਆ ਕਿ ਅਵਾਰਡ ਹੱਕਦਾਰ ਨੂੰ ਨਹੀਂ ਮਿਲਿਆ। ਹਾਂਜੀ। ਇਹਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ? ਸੋਸ਼ਲ ਮੀਡੀਆ ਤੇ ਨਾ ਜੀ ਬੱਚੇ ਤੇ ਹੁੰਦੇ ਨਹੀਂ, ਇੱਥੇ ਦੇ ਕ੍ਰਿਟਿਕਸ ਨੇ ਜਾਂ ਕੰਪੀਟੀਟਰ ਨੇ। ਜ਼ਾਰਾ ਵੀ ਅੱਗ ਤੇ ਲੱਗਣੀ 5 ਲੱਖ ਰੁਪਇਆ ਖਾਸੀ ਖਤੀਰ ਰਕਮ। ਅੱਛਾ, ਠੀਕ ਹੈ ਨਾ ਜੀ। ਉਹਦੇ 'ਚ 5 ਲੱਖ ਰੁਪਇਆ ਬੱਚਿਆਂ ਦੀ ਕਿਤਾਬ ਤੇ ਮਿਲਣਾ, ਫਿਰ ਉਹ ਆਨਰ ਬੜਾ ਹੈ, ਉੱਥੇ ਜਾ ਕੇ ਮੈਰੀਅਟ ਹੋਟਲ ਦੇ ਵਿੱਚ ਸਟੇ ਕਰਨਾ, ਤੁਹਾਨੂੰ ਬਾਈ ਇਹ ਟਿਕਟ ਮਿਲਣਾ। ਦੇਖੋ ਜਦੋਂ ਮੈਂ ਵਿਨ ਕੀਤਾ ਤੇ ਅਗਲੀ ਦਫਾ ਮੈਂ ਵਿਨਰ ਨਹੀਂ ਸਾਂ, ਤੇ ਮੈਂ ਕਦੀ ਸ਼ੁਐਬ ਮਿਰਜ਼ਾ ਸਾਹਿਬ ਤੇ ਜਾਂ ਤਸਨੀਮ ਜਾਫਰੀ ਸਾਹਿਬਾ ਦੀਆਂ ਕਿਤਾਬਾਂ ਤੇ ਇਤਰਾਜ਼ ਨਹੀਂ ਅਵਾਰਡ ਵਿਨ ਕੀਤਾ ਜੀ। ਤੇ ਉਹ ਫਿਰ ਇੱਕਦਮ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਟ੍ਰੋਲਿੰਗ ਸਟਾਰਟ ਹੋ ਗਈ ਬੇਸਿਕਲੀ। ਤੇ ਫਿਰ ਉਹ ਹੁਣ ਬੜੀ ਖਤੀਰ ਰਕਮ ਹੈ 5 ਲੱਖ ਰੁਪਇਆ, ਫਿਰ ਉੱਥੇ ਉਹ ਬਾਈ ਟਿਕਟ ਦਿੰਦੇ ਆ, ਫਿਰ ਉਹ ਉੱਥੇ ਤਨ ਠਹਿਰਾਉਂਦੇ ਮੈਰੀਅਟ ਹੋਟਲ। ਉਹ ਇੱਕ ਰਾਈਟਰ ਵਾਸਤੇ ਕਮ ਸੇ ਕਮ 8-9 ਲੱਖ ਰੁਪਇਆ ਉਹਨਾਂ ਨੂੰ ਖਰਚ ਕਰਨਾ ਪੈਂਦਾ।
तो बड़ा ਪ੍ਰੈਸਟੀਜੀਅਸ ਅਵਾਰਡ ਹੈ। ਹੁਣ ਮੇਰੇ ਵਾਸਤੇ ਤੇ ਸਿੰਪਲ ਹੈ ਨਾ ਜੀ, ਜ਼ਾਰਾ ਮੈਂ ਤੇ 8 ਕਿਤਾਬਾਂ ਭੇਜੀਆਂ ਮੇਰੀਆਂ ਉਸ ਸਾਲ ਦੇ ਵਿੱਚ, 8 ਕਿਤਾਬਾਂ ਸ਼ਾਇਦ ਹੋਈਆਂ। ਹੁਣ ਉਹ 8 ਕਿਤਾਬਾਂ ਜਿਹੜੀਆਂ ਉਹਦੇ ਚੋਂ ਕਿਸੇ, ਮੈਨੂੰ ਤਾਂ ਨਹੀਂ ਸੀ ਪਤਾ ਮੈਨੂੰ ਕਿਹੜੀ ਕਿਤਾਬ ਤੇ ਅਵਾਰਡ ਮਿਲਣਾ। ਕਿਤਾਬ ਤੇ ਕਿਸੇ ਤੇ ਵੀ ਅਵਾਰਡ ਮਿਲ ਸਕਦਾ ਸੀ। ਹੁਣ ਇਹ ਉਹ ਕਿਤਾਬ ਹੈ ਜਿਹਦੇ ਤੇ ਮੈਨੂੰ ਅਵਾਰਡ ਮਿਲਿਆ, ਜਿਹਦੇ ਤੇ ਐਵੇਂ ਸੋ ਕਾਲਡ ਲੋਕਾਂ ਨੂੰ ਇਤਰਾਜ਼ ਹੋਇਆ, ਉਹ ਇਹ ਹੈ ਜੀ। ਠੀਕ ਹੈ ਜੀ। ਹੁਣ ਇਹ ਮੁਰਤਬ ਲਿਖਿਆ ਓਪਨ ਜੀ, ਸਾਫ਼। ਮੈਂ ਤੇ ਜਿਸ ਵੇਲੇ ਕਿਤਾਬ ਭਜਵਾਈ, ਮੈਂ ਤੇ ਕੋਈ ਲੁਕਾ ਕੇ ਕੁਛ ਹੈ ਨਹੀਂ ਨਾ ਭਜਵਾਈ ਜੀ, ਐਡਾ ਵੱਡਾ ਅਦਾਰਾ ਹੈ ਜੀ। ਅੱਛਾ ਜੀ, ਜਜਮੈਂਟ ਚ ਕਿਹੜੇ ਕੋਈ ਨਾਮੀ ਗ੍ਰਾਮੀ ਸਾਡੇ? ਬੜੇ ਸਾਰੇ ਹੀ ਜੀ, ਆਪਣਾ ਕਿਸ਼ਵਰ ਨਈ ਸਾਹਿਬਾ ਨੇ, ਮਾਸ਼ਾਅੱਲਾ। ਅੱਛਾ ਅਰਸਲਾਨ ਅਹਿਮਦ ਖਾਨ ਸਾਹਿਬ ਨੇ, ਪਹਿਲੇ ਮਸੂਦ ਅਸ਼ਰ ਸਾਹਿਬ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਅਸਗਰ ਨਦੀਮ ਸੈयद ਸਾਹਿਬ ਨੇ। ਠੀਕ ਹੈ ਨਾ ਜੀ। ਮਸੂਦ ਤਲਕ ਆ, ਯਾਨੀ ਕਿ ਅਦਬ ਦੇ ਨਾਲ ਕੋਈ ਸਭ ਦਾ ਜੀ। ਹਾਂਜੀ, ਗੱਲ ਨਹੀਂ ਕਿ ਉਹ ਯੂਪੀਐਲ ਦੇ ਬੰਦਿਆਂ ਨੇ ਦਿੱਤਾ। ਠੀਕ ਹੈ ਨਾ ਜੀ। ਹੁਣ ਤੁਸੀਂ ਦੇਖੋ ਨਾ ਜੀ ਵੀ ਉਹ ਮੈਗਨੀਟਿਊਡ ਉਹਨਾਂ ਦਾ ਕਰੋੜਾਂ ਰੁਪਏ ਦਾ ਉਹਨਾਂ ਦਾ ਉਹ ਪ੍ਰੋਜੈਕਟ ਹੈ। ਉਹਦੇ ਚ ਹਾਊ ਡੇਅਰ ਆਈ ਕੈਨ ਇਨਫਲੂਐਂਸ them। ਠੀਕ ਹੈ ਨਾ ਜੀ। ਉਹ ਕਿਤਾਬ ਭਜਵਾਈ ਇਹਨਾਂ ਨੇ, ਜਿਹੜਾ ਉਹ ਸੀ ਨਾ ਜੀ ਆਪਣਾ ਉਹਨਾਂ ਦੀ ਐਡਵਰਟਾਈਜ਼ਮੈਂਟ ਆਈ, ਅਗਰ ਇਹ ਗੌਰ ਨਾਲ ਪੜ੍ਹ ਲੈਂਦੇ ਤੇ ਉਹਦੇ ਤੇ ਸਿਰਫ 2 ਕਿਸਮ ਦੀਆਂ ਕਿਤਾਬਾਂ ਸਨ। ਇੱਕ ਸਨ ਆਨਲਾਈਨ ਬੁੱਕਸ, ਇੱਕ ਸਨ ਰਿਟਨ ਬੁੱਕਸ। ਉੱਥੇ ਕਿਤੇ ਤਰਜਮਾ ਮੁਰਤਬ ਦਾ ਜ਼ਿਕਰ ਨਹੀਂ ਹੈ। ਸਹੀ। ਉੱਥੇ ਸਿਰਫ ਐਸੀ ਵੀ ਜਾਂ ਆਨਲਾਈਨ ਬੁੱਕਸ ਜਿਹੜੀਆਂ ਲਿਖੀਆਂ ਗਈਆਂ ਜਾਂ ਜਿਹੜੀਆਂ ਬਲੈਕ ਐਂਡ ਵਾਈਟ ਲਿਖੀਆਂ ਗਈਆਂ। ਉਹਦੇ ਚ ਉਹ ਕਿਤਾਬ ਜਿਹੜੀ ਉਹ ਉਹਨਾਂ ਨੂੰ ਅੱਛੀ ਲੱਗੀ, ਉਹਨਾਂ ਨੇ ਮੈਨੂੰ ਅਵਾਰਡ, ਮੈਨੂੰ ਤਾਂ ਨਹੀਂ ਸੀ ਪਤਾ ਕਿ ਵੀ ਮੈਨੂੰ ਮਿਲ ਜਾਣਾ ਅਵਾਰਡ, ਔਰ ਮੈਂ ਉਹਦੇ ਤੇ ਫਖਰ ਕਰਨਾ। ਮੈਂ ਆਖਰ ਮਿਹਨਤ ਕੀਤੀ ਇਸ ਕਿਤਾਬ ਦਾ। ਇਹ ਵੇ ਕਿ ਮੈਨੂੰ ਬੁਲਾਇਆ ਇੱਥੇ ਆਪਣਾ ਜਲਾਲਪੁਰ ਜੱਟਾ ਯੂਨੀਵਰਸਿਟੀ, ਉਹ ਹਾਇਰ ਐਜੂਕੇਸ਼ਨ ਯੂਨੀਵਰਸਿਟੀ। ਅੱਛਾ। ਉੱਥੇ ਸ਼ੇਖ ਰਸ਼ੀਦ ਸਾਹਿਬ ਪ੍ਰੋਫੈਸਰ ਔਰ ਸ਼ੇਖ ਗੁਲਾਮ ਅਲੀ ਸਾਹਿਬ ਪ੍ਰੋਫੈਸਰ, ਇਹ ਮੈਨੂੰ ਡਾਕਟਰ ਸੁਗਰਾ ਸਦਰ ਪਿਲਾਕ ਦੇ ਆਫਿਸ ਮੈਨੂੰ ਮਿਲੇ। ਉਹਨਾਂ ਨੇ ਮੇਰੀਆਂ ਕਿਤਾਬਾਂ ਦੇਖੀਆਂ। ਉਹਨਾਂ ਨੇ ਕਿਹਾ ਯਾਰ ਤੂੰ ਹਰ ਸੂਰਤ ਨਾ ਉਹ ਸਪਰਿੰਗ ਮੇਲੇ ਤੇ ਆਣਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਉਹ ਤੇ ਹਾਇਰ ਐਜੂਕੇਸ਼ਨ ਯੂਨੀਵਰਸਿਟੀ, ਮੈਂ ਬੱਚਿਆਂ ਦੀ ਕਿਤਾਬਾਂ ਲੈ ਕੇ ਕਿੱਥੇ ਆਣਾ? ਉਹਨਾਂ ਨੇ ਨਹੀਂ ਤੂੰ ਆਈ। ਉੱਥੇ ਮੇਰੀ ਮੁਲਾਕਾਤ ਹੋਈ ਡਾਕਟਰ ਨਾਮਲਕ ਜਾਵੇਦ ਸਾਹਿਬ ਨਾਲ ਤੇ ਕਾਸਮ ਬਗੀਓ ਸਾਹਿਬ ਨਾਲ, ਜਿਹੜੇ ਉਸ ਵੇਲੇ ਅਕੈਡਮੀ ਆਫ ਲੈਟਰਸ ਚੇਅਰਮੈਨ ਸਾਹਿਬ। ਉਹਨਾਂ ਮੇਰੀਆਂ ਕਿਤਾਬਾਂ ਵੇਖੀਆਂ। ਉਹਨਾਂ ਕਿ ਕਿਸੇ ਕੋਲ ਲਿਖਵਾਉਣਾ ਜਾਂ ਆਪ ਲਿਖੀਆਂ? ਮੈਂ ਕਿਹਾ ਜੀ ਆਪ ਲਿਖੀਆਂ। ਉਹਨਾਂ ਕਿਹਾ ਫਿਰ ਵਾਪਸ ਨਹੀਂ ਜਾਣਾ, ਸਿੱਧਾ ਇਸਲਾਮਾਬਾਦ ਆ। ਮੈਂ ਇਸਲਾਮਾਬਾਦ ਆਇਆ ਤੇ ਉਹਨਾਂ ਮੇਰੇ ਕੋਲੋਂ ਇਹ ਤਲਖੀਸ ਜਾਂ ਮੁਰਤਬ ਕਰਵਾ ਰਹੇ ਸਨ ਅਮਰ ਸ਼ਾਹ ਸਾਹਿਬ। ਉਹਨਾਂ ਨੇ ਮੈਨੂੰ ਹੁਕਮ ਦਿੱਤਾ ਸੀ ਆਪਣਾ ਜੇਲਮ ਬੁੱਕ ਕਾਰਨਰ ਵਾਲੇ। ਮੈਂ ਉੱਥੇ ਜ਼ਿਕਰ ਕਰਤਾ, ਉਹ ਪਿੱਛੇ ਪੈ ਗਏ। ਉਹਨਾਂ ਨੇ ਕਿਹਾ ਨਹੀਂ ਤੂੰ ਨੈਸ਼ਨਲ ਬੁੱਕ ਫਾਊਂਡੇਸ਼ਨ ਵਾਸਤੇ ਲਿਖਣਾ। ਸਰ ਇੱਕ ਰੋਜ਼ਿਆਂ ਦਾ ਮਹੀਨਾ ਪੂਰਾ 20-25 ਕਿਤਾਬਾਂ ਕੰਸਲਟ ਕਰਕੇ ਮੈਂ ਉਹਨਾਂ ਨੂੰ ਸਿੱਧਾ ਕੀਤਾ। ਸਾਰਾ ਰੋਜ਼ਾ ਯਾਨੀ ਦਿਨ 'ਚ 18 ਘੰਟੇ ਸਰ ਮੈਂ ਰੋਜ਼ੇ ਨਾਲ ਜੀ ਉਹ ਲਿਖਿਆ। ਇਹ 4 ਸਾਲ ਪਹਿਲੇ ਲਿਖੀ ਗਈ ਜੀ। 4 ਸਾਲ ਇਹਦੀ ਸਕਰੂਟਨੀ ਹੋਈ। ਪਾਕਿਸਤਾਨ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਅਦਾਰਾ ਜੀ ਨੈਸ਼ਨਲ ਬੁੱਕ ਫਾਊਂਡੇਸ਼ਨ ਨੇ ਉਹ ਕਿਤਾਬ ਛਾਪੀ। ਕਿਤਾਬ ਅੱਛੀ ਨਾ ਹੁੰਦੀ ਤੇ ਨੈਸ਼ਨਲ ਬੁੱਕ ਫਾਊਂਡੇਸ਼ਨ ਵਾਲੇ ਕਿਉਂ ਛਾਪਦੇ ਜੀ? ਠੀਕ ਹੈ ਜੀ। ਫਿਰ ਇਹ ਕਿਤੇ ਜਾ ਕੇ ਸਕਰੂਟਨੀ ਤੋਂ ਬਾਅਦ ਇਹ ਛਪੀ ਜੀ, ਤੇ ਉਸ ਤੋਂ ਬਾਅਦ ਇਹ ਕੰਪੀਟੀਸ਼ਨ 'ਚ ਗਈ ਤੇ ਇਨਾਮ ਜਿੱਤਿਆ ਜੀ। ਮਤਲਬ ਜਿਹੜਾ ਨਾ ਜੀ ਇਹ ਸਿਚੁਏਸ਼ਨ ਜੀ। ਸਹੀ। ਹਾਂਜੀ। ਇੱਕ ਦੌਰ ਐਸਾ ਆਇਆ ਕਿ ਜਦੋਂ ਸਾਨੂੰ ਡਾਈਜੈਸਟਾਂ 'ਚ ਹਰ ਪਾਸੇ ਟ੍ਰਾਂਸਲੇਸ਼ਨ ਲੱਭਣੀ ਸ਼ੁਰੂ ਹੋਈ। ਮਸਲਨ ਅਸੀਂ ਸਭ ਰੰਗ ਦਾ ਇੱਕ ਮੈਂ ਛੋਟਾ ਜਿਹਾ ਹਵਾਲਾ ਦੇਣਾ ਕਿ ਉਹਨਾਂ ਨੇ ਆਲਮੀ ਅਦਬ ਚੋਂ ਬਹੁਤ ਅੱਛਾ ਤਰਜਮਾ ਛਾਪਿਆ। ਸਾਡੇ ਬਹੁਤ ਅੱਛੇ ਅਦੀਬਾਂ ਨੇ, ਬਹੁਤ ਅੱਛੇ ਲੋਕਾਂ ਨੇ ਉਹਦਾ ਤਰਜਮਾ ਕੀਤਾ। ਲੇਕਿਨ ਤੁਸੀਂ ਵੱਡਿਆਂ ਦੇ ਉਧਰ ਪਾਸੇ ਨਹੀਂ ਗਏ, ਤੁਸੀਂ ਬੱਚਿਆਂ ਦਾ ਮੈਦਾਨ ਜਿਹੜਾ ਉਹ ਉੱਤੇ ਰਹਿ ਗਏ। ਮੇਰਾ ਇਹਦੀ ਕੋਈ ਖਾਸ? ਹਾਂਜੀ ਆਫ ਕੋਰਸ। ਮੈਂ 1978 ਦੇ ਵਿੱਚ ਨਾ ਜੀ ਮੇਰੀ ਵਾਲਦਾ ਫੌਤ ਹੋ ਗਏ ਸੀ। ਉਹ ਡਬਲ MA ਸਨ। ਐਕਚੁਅਲੀ ਮੇਰੀ ਤੇ ਜਿਹੜੀ ਗਰੋਥ ਕਹਿ ਲਓ ਐਜ਼ ਰਾਈਟਰ ਉੱਥੇ ਹੀ ਖਤਮ ਹੋ ਗਈ ਸੀ। 78 ਤੱਕ ਮੈਂ ਤਾਲੀਮ ਤਰਬੀਅਤ ਵਿੱਚ ਰੈਗੂਲਰ ਛਪਣਾ ਸ਼ੁਰੂ ਹੋ ਗਿਆ ਸੀ ਜਦੋਂ ਮੈਂ 15 ਸਾਲ ਦਾ। 78 ਸਹੀ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਮੈਂ ਵੱਡਾ ਵੀ ਹੋ ਗਿਆ ਤੇ ਮਾਂ ਦੇ ਮਰਨ ਨਾਲ ਅਸੀਂ ਫੈਸਲਾਬਾਦ ਵਾਪਸ ਆ ਗਏ। ਇੱਥੇ ਫਿਰ ਕਾਲਜ ਚਲੇ ਗਏ, ਗਵਰਨਮੈਂਟ ਕਾਲਜ। ਉਹ ਬੱਚਿਆਂ ਦਾ ਅਦਬ ਤੇ ਮੇਰੇ ਤੋਂ ਪਰੇ ਹੋ ਗਿਆ, ਜਿਵੇਂ ਨਾਰਮਲੀ ਪਰੇ ਹੋ ਜਾਂਦਾ। ਸਹੀ। ਫਿਰ ਮੈਂ 2010 ਚ SHO ਸੀ ਸਾਈਆਂ ਵਾਲੇ। ਜਦੋਂ ਮੈਨੂੰ ਫਾਇਰ ਲੱਗਾ, ਮੇਰੀ ਰਾਈਟ ਲੈਗ ਪੈਰਾਲਾਈਜ਼ ਹੋਈ। ਉਸ ਤੋਂ ਪਹਿਲੇ ਤੇ 35 ਸਾਲ ਮੈਂ ਕਦੀ ਸੋਚਿਆ ਹੀ ਨਹੀਂ ਵੀ ਮੈਂ ਦੁਬਾਰਾ ਲਿਖਣਾ। ਨਾ ਬੱਚਿਆਂ ਦਾ ਅਦਬ ਕਦੀ ਪੜ੍ਹਿਆ ਮੈਂ, ਤੇ ਮਤਲਬ ਫਿਰ ਵੱਡਿਆਂ ਦਾ ਅਦਬ ਪੜ੍ਹਨਾ ਸ਼ੁਰੂ ਕਰਤਾ ਨਾ। ਤੇ ਪੁਲਿਸ ਦੀ ਨੌਕਰੀ ਸੀ ਜ਼ਾਰਾ, ਉਹ ਤੇ ਇੰਨਾ ਟਾਈਮ ਹੀ ਨਹੀਂ ਹੁੰਦਾ। ਜਦੋਂ ਮੈਂ ਪੈਰਾਲਾਈਜ਼ ਹੋਇਆ ਤੇ 2 ਸਾਲ ਮੈਂ ਬੈੱਡ ਤੇ ਚਲਾ ਗਿਆ। ਫਿਰ ਜਦੋਂ ਤਕਲੀਫ ਹੁੰਦੀ ਨਾ ਜੀ ਬਹੁਤ ਸ਼ਦੀਦ, ਉਦੋਂ ਜਾਂ ਅੱਲਾ ਯਾਦ ਆਉਂਦਾ ਤੇ ਜਾਂ ਮਾਂ ਯਾਦ ਆਉਂਦਾ। ਬਿਲਕੁਲ ਸਹੀ। ਤੇ ਮਾਂ ਨਾਲ ਮੇਰੀਆਂ ਇਹ ਕਿਤਾਬਾਂ ਅਟੈਚ ਸਨ। ਇਹ ਹੁਣ ਵੀ ਤੁਸੀਂ ਮੇਰਾ ਕਮਰਾ ਦੇਖ ਹੀ ਰਹੇ ਹੋ, ਆ ਕਿਤਾਬਾਂ ਦੇਖ ਰਹੇ ਹੋ। ਇਹ ਮੇਰੀ ਉਦੋਂ ਵੀ ਲਾਇਬ੍ਰੇਰੀ ਹੁੰਦੀ ਸੀ 15 ਸਾਲ ਤੱਕ ਦੀ ਉਮਰ ਤੱਕ, ਜਦੋਂ ਮੈਂ ਤਾਨਲਿਆਂ ਵਾਲੇ ਸੀ। ਤੇ ਮੇਰੀ ਮਾਂ ਮੇਰੇ ਨਾਲ ਸੀ। ਅੱਜ ਹੁਣ ਜਿਸ ਵੇਲੇ ਮੈਂ ਇੱਥੇ ਮੈਂ ਸੌਣਾ ਤੇ ਸਵੇਰ ਮੈਂ ਉੱਠਣਾ ਤੇ ਮੈਨੂੰ ਅੱਜ ਵੀ ਇੰਜ 50 ਸਾਲ ਫੌਤ 48 ਸਾਲ ਹੋ ਗਏ ਉਹਨਾਂ ਨੂੰ, ਤੇ ਅੱਜ ਵੀ ਮੈਨੂੰ ਇੰਜ ਹੀ ਲੱਗਦਾ ਜਿਵੇਂ ਮੈਂ ਆਪਣੀ ਮਾਂ ਦੇ ਨਾਲ ਹੀ ਸੁੱਤਾ। ਸਹੀ ਬਾਤ, ਸਹੀ ਬਾਤ, ਸਹੀ ਹੋ ਗਿਆ। ਅੱਛਾ, ਤੁਸੀਂ ਅੱਜ ਤੱਕ ਕਿੰਨੀ ਜ਼ਬਾਨਾਂ 'ਚ ਉਰਦੂ ਤਰਜਮਾ ਕੀਤਾ ਤੇ ਤੁਹਾਡੇ ਤਰਜਮੇ ਦੀ ਕਿੰਨੀਆਂ ਕਿਤਾਬਾਂ ਇਸ ਵੇਲੇ ਮਾਰਕੀਟ 'ਚ? ਮੇਰੀਆਂ ਕੋਈ ਤਰਜਮੇ ਦੀਆਂ ਕਿਤਾਬਾਂ ਨਹੀਂ। ਨੋ ਵੇ। ਦੇਖੋ ਨਾ ਹੁਣ ਦਾਸਤਾਨ ਅਮੀਰ ਹਮਜ਼ਾ ਇਹ ਮੁਰਤਬ ਕੀਤੀ,
ਤਾਂ ਦਾਸਤਾਨ ਅਮੀਰ ਹਮਜ਼ਾ ਤੇ ਬਹੁਤ ਸਾਰੇ ਲੋਕ ਦੇਖਣਾ ਇਹਦੀ ਤਾਂ ਮਿਸਾਲ ਇੰਜ ਵੀ ਜਿਵੇਂ ਤ੍ਰਿਮੂ ਹੈਡ ਤੇ ਕੋਈ ਬੰਦਾ ਜਾਏ ਤੇ ਉੱਥੇ ਜਾ ਕੇ ਆਪਣਾ ਨਾਮ ਲਿਖ ਲੇ ਤੇ ਉਹ ਤ੍ਰਿਮੂ ਹੈਡ ਤੇ ਉਹਦਾ ਨਹੀਂ ਨਾ ਹੋ ਜਾਣਾ। ਹਾਂ, ਅਗਰ ਤੁਸੀਂ ਕੀਨ ਹੋ, ਸਾਡੇ ਸਾਰੇ ਬੱਚੇ ਜਿਹੜੇ ਨੇ ਅਸੀਂ ਮਕਬੂਲ ਜਹਾਂਗੀਰ ਸਾਹਿਬ ਦੀ ਤਲਖੀਸ ਕਰਦਾ ਜਿਹੜੀ ਸੀ ਦਾਸਤਾਨ ਅਮੀਰ ਹਮਜ਼ਾ ਜਿਹੜੀ ਫਿਰੋਜ਼ਸੰਜ ਨੇ ਛਾਪੀ, ਅਸੀਂ ਸਾਰੇ ਉਹਨੂੰ ਪੜ੍ਹ ਕੇ ਵੱਡੇ ਹੋਏ। ਉਮਰੂ ਯਾਰ ਦਾ ਤਾਰਫ ਸਾਡਾ ਉਹਨਾਂ ਤੋਂ ਹੋਇਆ। ਫਿਰ ਉਸ ਤੋਂ ਬਾਅਦ 10 ਅਖਤਰ ਰਿਜ਼ਵੀ ਸਾਹਿਬ ਨੇ ਫਿਰ ਤਿਲਿਸਮ ਹੋਸ਼ਰੂਬਾ ਦੀ ਤਲਖੀਸ ਕੀਤੀ, ਉਹ ਸਾਡੇ ਫੇਵਰੇਟ ਸਨ। ਠੀਕ ਹੈ ਨਾ ਜੀ। ਦਾਸਤਾਨ ਅਮੀਰ ਹਮਜ਼ਾ ਦੇ ਵਿੱਚ ਜਦੋਂ ਤੁਸੀਂ ਉਹਨੂੰ ਰੈਗੂਲਰ ਪੜ੍ਹੋ, ਆਈ ਡੋਂਟ ਨੋ ਜਿਹੜੇ ਅੱਜ ਮੇਰੇ ਤੇ ਤਨਕੀਦ ਕਰਦੇ ਨੇ ਉਹਨਾਂ ਨੇ ਉਹ ਦਾਸਤਾਨ ਨਹੀਂ ਪੜ੍ਹੀ। ਹਜ਼ਰਤ ਅਮੀਰ ਹਮਜ਼ਾ ਫਸਟ ਆਫ ਆਲ ਤੇ ਉਹ ਅਮੀਰ ਹਮਜ਼ਾ ਹੀ ਸਨ ਜ਼ਾਰੋ ਪ੍ਰੀ ਜਿਹੜਾ ਨਾ ਜੀ ਉਹ ਜੰਗੇ ਉਹਦ ਦੇ ਸਾਰੇ ਵਾਕਿਆ ਇਸਲਾਮ ਤੋਂ ਪਹਿਲੇ ਦਾ ਉਹ ਇੱਕ ਦਾਸਤਾਨ ਦੇ ਤੌਰ ਤੇ ਇਸੇ ਲੈਣੇ। ਉਹਨਾਂ ਦੇ ਬੇਟੇ ਜਿਹੜੇ ਨੇ ਉਹ ਜਿਹੜੀ ਉਹਨਾਂ ਦੀ ਜਿਹੜੀ ਸੀ ਨਾ ਜੀ ਕਹਾਣੀ ਖਤਮ ਕਰ ਦਿੱਤੀ ਮਕਬੂਲ ਜਹਾਂਗੀਰ ਸਾਹਿਬ ਨੇ ਜਦੋਂ ਇਰਾਨੀਅਨ ਜੰਗ ਖਤਮ ਹੋ ਗਈ। ਸ਼ਹਜ਼ਾਦੀ ਮੇਰ ਨਿਗਾਰ ਕਤਲ ਹੋ ਜਾਂਦੀ ਹੈ, ਉਸ ਤੋਂ ਬਾਅਦ ਕਬਾਦ ਸ਼ਹਿਰੀਆਰ ਜਿਹੜਾ ਉਹਨਾਂ ਦਾ ਬੇਟਾ ਹੁੰਦਾ ਉਹ ਕਤਲ ਹੋ ਜਾਂਦਾ। ਉਸ ਤੋਂ ਬਾਅਦ ਇਹਨਾਂ ਦਾ ਇੱਕ ਕਾਉਸ ਰੂਮ ਦਾ ਇੱਕ ਸ਼ਹਜ਼ਾਦਾ ਹੁੰਦਾ ਹੈ ਆਲਮ ਸ਼ਾਹ, ਉਹ ਕਤਲ ਹੋ ਜਾਂਦਾ ਤੇ ਉੱਥੇ ਖਤਮ ਕਰਤੀ ਦਾਸਤਾਨ। ਮੈਂ ਇਹਨਾਂ ਨੂੰ ਤਿਲਿਸਮ ਹੋਸ਼ਰੂਬਾ ਤੱਕ ਇੱਕ ਤੇ ਉਹ ਲੈ ਗਿਆ, ਪੂਰੀ ਦਾਸਤਾਨ ਮੁਰਤਬ ਕੀਤੀ। ਸੈਕੰਡਲੀ ਇਹਨਾਂ ਦਾ ਇੱਕ ਬੇਟਾ ਸੀ ਆਮਰ ਬਿਨ ਹਮਜ਼ਾ, ਐਕਚੁਅਲੀ ਉਹ ਉਮਰ ਬਿਨ ਹਮਜ਼ਾ ਸੀ। ਅੱਛਾ, ਉਹ ਕਈ ਜਗ੍ਹਾ ਤੇ ਉਹ ਬੜਾ ਇੱਕ ਲਕੂਨਾ ਆਉਂਦਾ ਸੀ ਕਿ ਵੀ ਕਈ ਜਗ੍ਹਾ ਤੇ ਉਹ ਆਪ ਹੀ ਪਲੰਗੀਨਾ ਪੋਸ਼ ਬਣ ਕੇ ਆ ਗਿਆ, ਕਦੀ ਖੁਦ। ਫਿਰ ਉਹ ਸਾਦ ਬਿਨ ਕਬਾਦ ਜਿਹੜਾ ਬੇਟਾ ਉਹ ਕਬਾਦ ਦਾ ਸੀ, ਰਹਿੰਦਾ ਆਮਰ ਨਾਲ ਸੀ। ਉਹ ਕਈ ਚੀਜ਼ਾਂ ਐਸੀਆਂ ਸੀ ਜਿਨ੍ਹਾਂ ਦੀ ਐਕਸਪਲੇਨੇਸ਼ਨ ਜ਼ਰੂਰੀ ਸੀ। ਉਹ ਫਿਰ ਐਕਸਪਲੇਨੇਸ਼ਨ ਕੀਤੀ, ਉਸ ਦਾਸਤਾਨ ਨੂੰ ਕੰਪਲੀਟ ਤਲਖੀਸ ਕੀਤਾ ਔਰ ਫਿਰ ਬੱਚਿਆਂ ਦੇ ਇੰਟਰਸਟ ਵਾਸਤੇ ਕੀਤਾ। ਔਰ ਮੈਂ ਤੁਹਾਨੂੰ ਮਜ਼ੇ ਦੀ ਤੁਹਾਨੂੰ ਦੱਸਾਂ ਗੱਲ ਕਿ ਬਈ ਪਿਛਲੇ ਦਿਨਾਂ ਮੈਂ ਗਿਆ ਨੈਸ਼ਨਲ ਬੁੱਕ ਫਾਊਂਡੇਸ਼ਨ ਤੇ ਪਿਛਲੇ ਸਾਲ ਉਹ ਕਿਤਾਬ ਛਪੀ ਹੈ ਔਰ ਖਾਸੀ ਤਾਦਾਦ ਨਾਲ, ਔਰ ਉਹਨਾਂ ਦੀ ਕੀਮਤ ਬੜੀ 2 ਹਿੱਸਿਆਂ ਦੀ ਨਾ, ਜਿਹੜਾ 1700 ਰੁਪਇਆ ਬਣਦਾ। ਤੇ ਤੁਸੀਂ ਦੇਖੋ ਵੀ ਅੱਜ ਤੋਂ 6-7 ਮਹੀਨੇ ਪਹਿਲੇ ਉਹ ਖਤਮ ਹੋ ਚੁੱਕਿਆ ਐਡੀਸ਼ਨ। ਸਹੀ। ਤੇ ਮਤਲਬ ਅਗਰ ਉਹ ਬੜਾ ਪੁੱਠਾ ਜਿਹਾ ਮੈਂ ਲਿਖਿਆ ਸੀ, ਮੈਂ ਅੱਛਾ ਨਹੀਂ ਸੀ ਲਿਖਿਆ ਜਾਂ ਉਹ ਮਜ਼ਾ ਨਹੀਂ ਆਇਆ ਬੱਚਿਆਂ ਨੂੰ, ਤੇ ਕ੍ਰਿਟਿਕਸ ਨੂੰ ਤੇ ਆਉਂਦਾ ਹੀ ਨਹੀਂ ਨਾ ਜੀ। ਮੇਰਾ ਤਾਂ ਕੰਮ ਹੈ ਨਾ ਜੀ ਬੱਚਿਆਂ ਨੂੰ ਮਜ਼ਾ ਕਰਾਉਣਾ ਜਾਂ ਉਹਨਾਂ ਨੂੰ ਮਤਲਬ ਇਨਫੋਰਮੇਸ਼ਨ ਦੇਣੀ ਜਾਂ ਕੋਈ ਅਖਲਾਕੀ ਲੈ, ਤੇ ਉਹ ਕਿਤਾਬ ਤੇ ਹੱਥੋਂ ਹੱਥ ਵਿਕ ਗਈ। ਅੱਛਾ, ਪਾਕਿਸਤਾਨ 'ਚ ਜਿਹੜਾ ਬੱਚਿਆਂ ਦਾ ਅਦਬ ਹੈ, ਤੁਸੀਂ ਜ਼ਾਹਰ ਉਹਨਾਂ ਅੰਨਾ ਅਟੈਚ ਹੋ, ਐਡਾ ਵੱਡਾ ਤੁਸੀਂ ਉਹਨਾਂ ਸੰਭਾਲ ਕੇ ਬੈਠੇ ਹੋ ਬੱਚਿਆਂ ਦੇ ਅਦਬ ਦੇ ਹਵਾਲੇ ਦੇ ਨਾਲ, ਤੁਸੀਂ ਪੜ੍ਹਿਆ ਤੇ ਤੁਸੀਂ ਸਾਂਭਿਆ ਉਹਨਾਂ ਨੂੰ। ਹੈਰੀ ਪੋਟਰ ਤੋਂ ਕੋਈ ਬਿਹਤਰ ਨਾਵਲ ਸਾਡੇ ਹੈਰੀ ਪੋਟਰ ਤੋਂ ਇਸ ਜਿਹੜੀ ਲਾਇਬ੍ਰੇਰੀ ਹੈ ਇਹਦੇ 'ਚ 80% ਪਾਕਿਸਤਾਨੀ ਜੀ ਮੈਂ ਅਰਜ਼ ਕਰ ਇਹ 1916 ਤੋਂ ਲੱਗ ਕੇ ਅੱਜ ਤੱਕ ਦਾ ਬੱਚਿਆਂ ਦਾ ਅਦਬ ਸਾਡੇ ਕੋਲ ਪਿਆ। ਹੈਰੀ ਪੋਟਰ ਜਿਹੜੀ ਹੈ ਨਾ ਜੀ, ਉਹਦੇ ਤੋਂ ਇਹ ਜਿਹੜੀਆਂ ਕਿਤਾਬਾਂ ਨੇ ਇਹਨਾਂ ਚੋਂ 80% ਕਿਤਾਬਾਂ ਐਸੀਆਂ ਜਿਹੜੀਆਂ ਹੈਰੀ ਪੋਟਰ ਤੋਂ ਬੈਟਰ। ਤੁਸੀਂ ਕਹਿ ਰਹੇ ਹੋ ਨਾ ਵੀ ਕੋਈ ਚੀਜ਼ ਹੈਰੀ ਪੋਟਰ ਤੋਂ ਜ਼ਿਆਦਾ ਅੱਛੀ ਲਿਖੀ ਹੈ, ਮੈਂ ਕਹਿ ਰਿਹਾ ਵੀ ਇਹ ਜਿੰਨੇ ਨਾਵਲ ਨੇ ਇਹ ਹੈਰੀ ਪੋਟਰ ਤੋਂ 80 ਇਹਨਾਂ ਚੋਂ 80% ਕਿਤਾਬਾਂ ਐਸੀਆਂ ਜਿਹੜੀਆਂ ਉਹਨੂੰ ਐਕਸੀਡ ਕਰਦੀ। ਕਿਉਂਕਿ ਅਸੀਂ ਮਸਲ ਨਾਗ ਅੰਬਰ ਮਾਰੀਆ ਪੜੀ ਅਸੀਂ ਇਹ ਹਮੇਸ਼ਾ ਨਹੀਂ ਉਹਨੂੰ ਉਹਦੇ ਨਾਲ ਨਾ ਅਟੈਚ ਮੈਂ ਮੇਰੀ ਹੈਰੀ ਪੋਟਰ ਦੇ ਹਵਾਲੇ ਸਰ ਕੰਪੇਅਰ ਜਿਹਨੂੰ ਕਰਨਾ ਨਾ ਜੀ ਹੈਰੀ ਪੋਟਰ ਨਾਲ, ਉਹ ਵੀ ਉਮਰੋ ਯਾਰ। ਠੀਕ ਹੈ ਜੀ, ਉਹ ਜਿੰਨਾ ਵੀ ਹੈ ਨਾ ਜੀ ਸਾਰਾ ਉਹ ਠੀਕ ਹੈ। ਉਹਦੇ ਵਿੱਚ ਸੱਪ ਦਾ ਕਰੈਕਟਰ ਹੈ ਹੈਰੀ ਪੋਟਰ ਦੇ ਵਿੱਚ, ਔਰ ਉਹ ਪ੍ਰੋਫੈਸਰ ਜਿਹੜਾ ਹੁੰਦਾ ਹੈ ਉਹ ਮਤਲਬ ਜਿਹੜਾ ਨਾ ਜੀ ਬੇਸਿਕਲੀ ਤਾਂ ਸਨੇਕ ਸਟੋਰੀ ਹੈ। ਲੇਕਿਨ ਇਹ ਕਿ ਵੀ ਇਹ ਸਾਰਾ ਜਿਹੜਾ ਨਾ ਜੀ ਜੋ ਵੀ ਉਹ ਸਟੂਡੈਂਟ ਹੁੰਦੇ ਨੇ ਔਰ ਜਾਂਦੇ ਨੇ ਅੱਗੇ ਪਿੱਛੇ, ਇਹ ਬੇਸਿਕਲੀ ਸਾਰੀਆਂ ਜਿਹੜੀਆਂ ਨਾ ਜੀ ਇਹਨੂੰ ਕੰਪੇਅਰ ਕੀਤਾ ਜਾ ਸਕਦਾ ਉਮਰੂ ਯਾਰ ਨਾਲ। ਅਗਰ ਤੁਸੀਂ ਅੰਬਰਨਾਗ ਮਾਰੀਆ ਨਾਲ ਵੀ ਕਰੋ ਤਾਂ ਉਹਦਾ ਥੀਮ ਡਿਫਰੈਂਟ ਸੀ। ਤੇ ਮਤਲਬ ਜਿਹੜਾ ਨਾ ਜੀ ਇਸ ਦੇ ਬਾਵਜੂਦ ਮਤਲਬ ਜਿਹੜਾ ਨਾ ਜੀ ਸਾਡੇ ਜਿਹੜੇ ਉਹ ਸੀ ਨਾ ਜੀ ਮਿੱਥ, ਹੁਣ ਸਾਡੇ ਕੋਲ ਮੀਨਸ ਨਹੀਂ ਇੰਨੇ ਵੀ ਅਸੀਂ ਉਹ ਟਰੂ ਸਪਿਰਿਟ ਦੇ ਵਿੱਚ ਉਮਰੂ ਯਾਰ ਦਾ ਜਿਹੜਾ ਕਰੈਕਟਰ ਹੈ ਉਹਨੂੰ ਅਸੀਂ ਮਤਲਬ ਕਰਕੇ ਦਿਖਾਈਏ। ਅਗਰ ਉਹ ਹੋ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਕੋਲ ਪਾਵਰਸ ਨੇ ਜਾਂ ਉਹਨਾਂ ਕੋਲ ਪੈਸਾ ਹੈ, ਤੇ ਉਹ ਫਿਰ ਉਹ ਜਿਹੜਾ ਫੈਂਟਸੀ ਸਟੋਰੀ ਉਹ ਬਣਾਉਂਦੇ ਨੇ। ਜੇਕੇ ਰੋਲਿੰਗਸ ਨਾਲੋਂ ਕਿਤੇ ਜ਼ਿਆਦਾ ਅੱਛੀ ਸਟੋਰੀ ਜਿਹੜੀ ਹੈ ਨਾ ਜੀ ਉਮਰੂ ਯਾਰ ਦੀ ਹੈ। ਔਰ ਬਲਕਿ ਇੱਕ ਹੋਰ ਬੜੀ ਸਾਡੇ ਜਿਹੜੀ ਪਾਕਿਸਤਾਨੀ ਇੰਡੀਅਨ ਮਿਥ ਤੇ ਸਟੋਰੀ ਹੈ ਨਾ ਜੀ, ਵਾਲਾ ਜਨਨ ਸੀਕਰ ਜਿਹੜੇ ਮੇਰੇ ਰੂਹਾਨੀ ਬਜ਼ੁਰਗ ਸਨ, ਮੈਂ ਉਹਨਾਂ ਨੂੰ ਰੂਹਾਨੀ ਬਾਪ ਵੀ ਕਹਿੰਦਾ ਤੇ ਉਹਨਾਂ ਦੀ ਨਕਲ ਵੀ ਮਾਰਦਾ, ਉਹ ਸਨ ਯੂਨਸ ਅਸਰਤ ਸਾਹਿਬ। ਠੀਕ ਹੈ ਨਾ, ਅਸ਼ਫਾਕ ਅਹਿਮਦ ਖਾਨ ਸਾਹਿਬ ਦੇ ਵਾਲਦ ਯੂਨਸ ਅਸਰਤ ਸਾਹਿਬ ਨੇ ਅਨੋਸ਼ਾ ਦੀ ਆਪ ਬੀਤੀ ਲਿਖੀ। ਕਾਸ਼ ਲੋਕ ਉਹਨੂੰ ਵੀ ਓਨਾ ਹੀ ਪੜ੍ਹਨ ਜਿਸ ਤਰ੍ਹਾਂ ਮਤਲਬ ਉਮਰੂ ਯਾਰ ਉਹ ਐਕਸਟਰਾਆਰਡਨਰੀ ਇੰਡੀਆ ਪਾਕਿਸਤਾਨ ਦੀ ਉਹ ਮਿੱਥ ਹੈ, ਉਹਦੇ 'ਚ ਵੀ ਉਹ ਸੱਪਾਂ ਦਾ ਜ਼ਿਆਦਾ ਹੈ, ਲੇਕਿਨ ਉਹ ਸਾਰਾ ਜਿਹੜਾ ਨਾ ਜੀ ਉਹ ਵੀ ਹਿਸਟਰੀ ਦਾ ਇੱਕ ਹਿੱਸਾ ਹੈ। ਆਦਮੀ ਅਦਬ ਤੋਂ ਜਿਹੜੀਆਂ ਤਹਿਰੀਰਾਂ ਤੁਸੀਂ ਉਰਦੂ ਦੇ ਕਾਲਬ 'ਚ ਢਾਲੀਆਂ ਨੇ, ਉਹਦੇ ਉਰਦੂ ਅਦਬ ਦਾ ਇੱਕ ਅਸਾਸਾ ਬਣ ਚੁੱਕੀਆਂ ਨੇ। ਤੇ ਤੁਸੀਂ ਨਹੀਂ ਸਮਝਦੇ ਕਿ ਸਾਡੀ ਉਰਦੂ ਕਹਾਣੀ ਦੇ ਤਰਾਜਮ ਵੀ ਮੁਖਤਲਿਫ ਜ਼ਬਾਨਾਂ 'ਚ ਜਾਣੇ ਚਾਹੀਦੇ? ਇਹ ਕੁਐਸਚਨ ਨਾ ਤੁਹਾਨੂੰ
ਜਿਹੜੇ ਮੇਰੇ ਤੋਂ ਪਹਿਲੇ ਦੇ ਰਾਈਟਰ ਨੇ ਐਵਰ ਅੱਜ ਤੱਕ, ਇਹ ਤੇ ਉਹਨਾਂ ਕੋਲ ਪੁੱਛਿਆ ਜਾਣਾ ਚਾਹੀਦਾ। ਹੁਣ ਦੇਖੋ ਨਾ, ਜਵਾਰ ਤੁਕੀਰ ਸਾਹਿਬ ਸਨ, ਅੱਲਾ ਜਨਾ ਨਸੀਬ ਕਰੇ, ਉਹਨਾਂ ਦੀ ਕਿਤਾਬ ਜਿਹੜੀ ਹੈ ਉਹ ਯੂਨੈਸਕੋ, ਉਹ 60s 'ਚ ਯੂਨੈਸਕੋ ਵਾਲਿਆਂ ਉਹਨੂੰ ਇਨਾਮ ਦਿੱਤਾ। ਤੁਹਾਡੇ ਕੰਮ 'ਚ ਨੁਦਰਤ ਹੋਏਗੀ, ਤੁਹਾਡੇ ਕੰਮ ਦੇ ਵਿੱਚ ਇੰਨੀ ਤਾਕਤ ਹੋਏਗੀ ਤੇ ਦੁਨੀਆ ਤੁਹਾਡੇ ਵੱਲ ਮੁਤਵੱਜੋ ਹੋਏਗੀ। ਸਹੀ। ਹੁਣ ਜਿਹੜੇ ਸੋ ਕਾਲਡ ਇੱਥੇ ਖੱਪ ਪਾਈ ਕਿ ਵੀ ਜੀ ਅਸੀਂ ਬੜੇ, ਐਗਜ਼ੈਕਟਲੀ ਮੇਰਾ ਸਵਾਲ ਵੀ ਉਹਨਾਂ ਤੱਕ ਇਹੀ ਹੈ। ਹੁਣ ਸ਼ੋਮੀ ਕਿਸਮਤ, ਮਤਲਬ ਤੁਸੀਂ ਲਾ ਲਓ ਵੀ ਅੱਜ ਤੱਕ ਕਦੀ ਕਿਸੇ ਰਾਈਟਰ ਦੀ, ਉਰਦੂ ਰਾਈਟਰ ਦੀ, ਸਪੈਸ਼ਲੀ ਇਹ ਕੰਟੈਂਪਰੇਰੀ ਰਾਈਟਰਸ, ਉਹ ਮਤਲਬ ਜਿਹੜਾ ਨਾ ਜੀ ਨਹੀਂ ਹੋਇਆ ਜੀ। ਹੁਣ ਫਿਰ ਮੈਂ ਗੱਲ ਕਰਨੀ ਹੈ ਜੀ, ਤੇ ਬਾਈ ਗੁੱਡ ਲੱਕ ਔਰ ਜੋ ਵੀ ਤੁਸੀਂ ਇਹਨੂੰ ਸਮਝ ਲਓ, ਪਾਕਿਸਤਾਨ ਦਾ ਇੱਕ ਬਹੁਤ ਮੁਸਤਨਦ ਅਦਾਰਾ, ਆਈ ਵੋਂਟ ਨੇਮ ਇਨ ਫਰੰਟ ਆਫ ਕੈਮਰਾ, ਠੀਕ ਹੈ ਨਾ ਜੀ, ਔਰ ਬਹੁਤ ਹੀ ਇੱਕ ਜ਼ਬਰਦਸਤ ਸ਼ਖਸੀਅਤ, ਠੀਕ ਹੈ ਜੀ। ਉਹਨਾਂ ਨੂੰ ਉਹ ਵੀ ਤੁਹਾਨੂੰ ਆਫ ਦਾ ਰਿਕਾਰਡ ਜਿਹੜਾ ਨਾ ਜੀ, ਕਿਉਂਕਿ ਉਹਨੂੰ ਸਾਬਤ ਕਰਨਾ, ਉਹ ਤੁਹਾਨੂੰ ਮੈਂ ਮੈਸੇਜ ਮੇਰੇ ਕੋਲ ਆਵੇ, ਮੇਰੀਆਂ ਉਰਦੂ ਕਹਾਣੀਆਂ ਜਿਹੜੀਆਂ ਜੀ, ਪਾਕਿਸਤਾਨ ਦਾ ਬਹੁਤ ਵੱਡਾ ਅਦਾਰਾ ਜਿਹੜਾ ਜੀ, ਉਹ ਮੈਨੂੰ ਪੇ ਕਰਕੇ ਉਹ ਇੰਗਲਿਸ਼ 'ਚ ਢਾਲ ਰਿਹਾ। ਅੱਛਾ, ਠੀਕ ਹੈ ਜੀ। ਔਰ ਉਹ ਤੁਹਾਨੂੰ ਮੈਂ ਨਾਮ ਦੱਸ ਦਿਆਂ, ਤੁਸੀਂ ਮਤਲਬ ਉਹ ਤੁਸੀਂ ਦੇਖ ਲਿਆ ਜੀ, ਠੀਕ ਹੈ ਨਾ। ਹਾਂ ਜੀ, ਫਿਲਹਾਲ ਮੈਂ ਉਹਨੂੰ ਡਿਸਕਲੋਜ਼ ਨਹੀਂ ਕਰ ਰਿਹਾ। ਸਹੀ ਹੋ ਗਿਆ, ਠੀਕ ਹੋ ਗਿਆ। ਅੱਛਾ, ਮਤਲਬ ਕਦੀ ਤੁਹਾਡਾ ਵੈਸੇ ਹੋਣਾ ਕੋਈ ਅੱਗੇ ਫਰਦਰ, ਕਿਉਂਕਿ ਤੁਸੀਂ ਦੇਖੋ ਜਿਹੜਾ ਬੰਦਾ ਇੰਗਲਿਸ਼ ਚੋਂ ਉਰਦੂ 'ਚ ਲਿਆ ਸਕਦਾ, ਉਹ ਉਰਦੂ 'ਚੋਂ ਇੰਗਲਿਸ਼ 'ਚ ਵੀ ਤੇ ਲਿਆ ਸਕਦਾ। ਕਿਉਂ ਨਹੀਂ? ਹਾਂਜੀ। ਅੱਛਾ, ਜਿੱਦਾਂ ਹੁਣ ਤੁਸੀਂ ਇੱਕ ਦੱਸਿਆ ਕਿ ਕੋਈ ਅਦਾਰਾ ਤੁਹਾਡਾ ਡੀਲ ਦੇ ਵਿੱਚ, ਚਲੋ ਅਸੀਂ ਦੇਖਦੇ ਹਾਂ ਕਿ ਉਹ ਤੁਹਾਡਾ ਇੰਗਲਿਸ਼ ਵਾਲਾ ਤਰਜਮਾ ਜੀ ਕਿੱਧਰ ਨੂੰ ਜਾਂਦਾ। ਹਾਂਜੀ। ਅੱਛਾ, ਤੁਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਹੇ। ਹਾਂਜੀ। ਜ਼ਾਹਰ ਆ ਕਿ ਜੁਰਮ ਸਜ਼ਾ ਦੀਆਂ ਸੈਂਕੜੇ ਕੇਸ ਜਿਹੜੇ ਤੁਹਾਡੇ ਤੋਂ ਅੰਜਾਮ ਨੂੰ ਪਹੁੰਚੇ ਹੋਣਗੇ। ਹਾਂਜੀ। ਤੇ ਸਾਡੇ ਬਹੁਤ ਸਾਰੇ ਐਸੇ ਲੋਕ ਸਨ ਜੈਸੇ ਹਕਾਇਤ ਦੇ ਵਿੱਚ ਛਾਪਦੇ ਰਹੇ ਜੁਰਮ ਸਜ਼ਾ ਦੀਆਂ ਕਹਾਣੀਆਂ, ਜਾਂ ਦੂਸਰੇ ਅਦਾਰੇ ਵੀ ਉਹਨਾਂ ਨੂੰ ਛਾਪਦੇ ਰਹੇ। ਤੇ ਤੁਹਾਡੇ ਕੋਲ ਤੇ ਉਹ ਕਹਾਣੀਆਂ ਹੋਣਗੀਆਂ ਜਿਹੜੀਆਂ ਸੱਚੀਆਂ ਹੋਣਗੀਆਂ, ਜਿਹੜੀਆਂ ਫਾਈਲਾਂ ਕਲੋਜ਼ ਹੋ ਚੁੱਕੀਆਂ। ਹਾਂਜੀ। ਕਿਆ ਉਹਨਾਂ ਦੇ ਕੋਈ ਅਸੀਂ ਉਹ ਬਦਲ ਕੇ ਤੇ ਉਹ ਆਉਣੀਆਂ ਨਹੀਂ ਚਾਹੀਦੀਆਂ, ਤਾਂ ਕਿ ਇੱਕ ਬਿਹਤਰ ਜਿਹੜੀ ਚੀਜ਼ ਆ? ਤੁਹਾਡੇ ਨਾ ਜੀ ਦੋ ਕੁਐਸਚਨ ਨੇ, ਠੀਕ ਹੈ ਜੀ, ਉਹ ਦੋਨਾਂ ਦਾ ਮੈਂ ਤੁਹਾਨੂੰ ਆਨਸਰ ਕਰ ਦੇਣਾ। ਇੱਕ ਤੇ ਤੁਸੀਂ ਕਹਿ ਰਹੇ ਹੋ ਵੀ ਬੱਚਿਆਂ ਵਾਸਤੇ ਉਹ ਕਹਾਣੀਆਂ ਜਿਹੜੀਆਂ ਬੱਚਿਆਂ ਨੂੰ ਸ਼ੂਟ ਕਰਦੀਆਂ ਕਹਾਣੀਆਂ, ਮੈਂ ਜਿਸ ਵੇਲੇ ਤਾਲੀਮੁਤਰੀ ਵਿੱਚ ਲਿਖਣ ਲੱਗਾ ਨਾ ਜੀ, ਤੇ ਉਹ ਮੇਰੀ ਪਹਿਲੀ ਕਹਾਣੀ ਛਪੀ, ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਪਹਿਲੇ ਮੈਂ ਉਹ ਕਹਾਣੀਆਂ ਲਿਖਾਂ ਜਿਹੜੀਆਂ ਮੇਰੀਆਂ ਪੁਲਿਸ ਦੀਆਂ ਕਹਾਣੀਆਂ। ਅੱਛਾ। ਉਹ ਇੱਕ ਨਵੀਂ ਚੀਜ਼ ਹੋਏਗੀ। ਮੇਰੀ ਕਹਾਣੀ ਛਪੀ ਸ਼ਾਹਦ ਔਰ ਉਸਕੇ ਦੋਸਤ, ਉਹ ਸ਼ਾਇਦ ਮੇਰੀ ਦੂਸਰੀ ਕਹਾਣੀ ਸੀ ਤਾਲੀਮੁਤਰੀ ਵਿੱਚ। ਤੇ ਸਡਨਲੀ ਜਿਹੜਾ ਨਾ ਜੀ ਉਹਦੇ ਤੇ, ਹੁਣ ਫਿਰ ਮੈਂ ਨਾਂ ਨਹੀਂ ਲਾਂਗਾ ਕਿਸੇ ਦਾ, ਉਹਦੇ ਤੇ ਇਤਰਾਜ਼ ਕਰਨਾ ਸ਼ੁਰੂ ਕਰਤਾ ਜੀ ਕਿ ਦੇਖੋ ਜੀ ਉਹ ਇੱਕ ਦੂਜਾ। ਫਿਰ ਨਾ ਜੀ ਜਿਹੜੀ ਹਕਾਇਤ ਦੀ ਗੱਲ ਕੀਤੀ ਸੀ, ਉਹ ਆਰਫ ਸਾਹਿਬ ਤੁਹਾਡੇ ਬੇਲੀ ਹੋਣਗੇ, ਆਰਫ ਸਾਹਿਬ ਕੋ ਪੁੱਛਿਆ ਜੀ, ਮੈਂ ਰੈਗੂਲਰ ਉਹਨਾਂ ਵਾਸਤੇ ਲਿਖਦਾ ਰਿਹਾ ਕਈ ਸਾਲ ਜੀ। ਫਿਰ ਮੈਨੂੰ ਟਾਈਮ ਬੱਚਿਆਂ ਦੇ ਅਦਬ ਤੋਂ ਨਹੀਂ ਮਿਲਦਾ, ਤੇ ਫਿਰ ਮੈਂ ਆਪਣੀਆਂ ਸਟੂਡੈਂਟ, ਦੂਜਾ ਮੈਂ ਨਾ ਕੁਝ ਸਮਝਣਾ ਖਾਲਸਾ ਸਾਹਿਬ ਕਿ ਵੀ ਉਹ ਕੋਈ ਇਨੋਵੇਸ਼ਨ ਤੇ ਨਹੀਂ ਨਾ ਜੀ, ਉਹ ਤੇ ਮੇਰੀਆਂ ਯਾਦਾਸ਼ਤ ਨੇ। ਮੈਂ ਉਹਨੂੰ ਸਮਝੋ ਵੀ ਤਾਂ ਉਹ ਕੰਮ ਨਹੀਂ ਸਮਝਦਾ ਵੀ ਉਹ ਕੋਈ ਐਸਾ, ਯਾਨੀ ਜਿਹੜਾ ਕ੍ਰੀਏਸ਼ਨ ਹੈ, ਮਤਲਬ ਉਹ ਮੈਂ ਕੋਈ ਨਵਾਂ ਕੰਮ ਨਹੀਂ ਕਰ ਰਿਹਾ, ਉਹ ਤੇ ਮੈਂ ਆਪਣੀਆਂ ਯਾਦਾਸ਼ਤਾਂ, ਮਤਲਬ ਉਹ ਮੈਨੂੰ ਉਹਦੇ ਨਾਲ ਸੈਟਿਸਫੈਕਸ਼ਨ ਨਹੀਂ ਹੁੰਦੀ। ਬਾਕੀ ਉਹ ਆਪਣੀਆਂ ਜਿਹੜੀਆਂ ਮੇਰੀਆਂ ਉੱਥੇ ਤਹਿਰੀਰਾਂ ਛਪੀਆਂ ਜੀ, ਉਹ ਹੈ ਕਿਤਾਬ ਜਿਹੜੀ ਮੇਰੀ ਇਹ ਛਪੀ ਜੀ, ਜੁਰਾਇਮ ਹਾਂਜੀ ਮੇਰੀ, ਹਾਂਜੀ ਛਪੀ। ਅੱਛਾ, ਇਹ ਕਿਹੜੇ ਅਦਾਰੇ ਨੇ ਛਪੀ? ਇਹ ਛਪੀ ਜੀ ਮਕਤਬਾ ਜਦੀਦ ਦਾ। ਹਾਂ ਹਾਂ, ਹਾਂਜੀ, ਸਹੀ। ਅੱਛਾ, ਬੱਚਿਆਂ ਦੇ ਚੈਨਲ ਦੇ ਹਵਾਲੇ ਨਾਲ ਮੀਡੀਆ ਮਾਲਕਾਂ ਦਾ ਮੌਕਫ ਹੈ ਹੀ ਹੈ ਜੀ, ਇਹ ਕੋਈ ਮੁਨਾਫਾ ਬਖਸ਼ ਕੰਮ ਨਹੀਂ ਹੈ। ਕੋਈ ਤੁਹਾਡੇ ਸਿਲਸਿਲੇ 'ਚ ਕੋਈ ਤੁਹਾਡੇ ਲੋਕ, ਕਿਉਂਕਿ ਅਸੀਂ ਬਾਜ਼ ਔਕਾਤ ਸੁਣਦੇ ਹਾਂ ਜਦੋਂ ਕੋਈ ਗੌਰਮੈਂਟ ਚੇਂਜ ਹੁੰਦੀ ਹੈ ਕਿ ਜੀ ਅਸੀਂ ਬੱਚਿਆਂ ਲਈ ਵੀ ਚੈਨਲ ਲਿਆ ਰਹੇ ਹਾਂ ਸਰਕਾਰੀ ਤੌਰ 'ਤੇ। ਕੋਈ ਤੁਹਾਡੇ ਕੋਈ ਸਿਫਾਰਿਸ਼ਾਤ ਹੈ ਨੇ ਕਿ ਇਸ ਹਵਾਲੇ ਨਾਲ ਕੋਈ ਕੰਮ ਹੋਣਾ ਚਾਹੀਦਾ? ਦੇਖੋ, ਫਹੀਮ ਆਲਮ ਉਹਦਾ ਇੱਕ ਸੀਰੀਜ਼ ਚੱਲੀ ਸੀ, ਮਤਲਬ ਅਦਰੀਸ ਕ੍ਰੈਸ਼ ਦਾ ਉਹਨਾਂ, ਲੇਕਿਨ ਉਹ ਤਾਂ ਵੱਡਿਆਂ ਦਾ ਡਰਾਮਾ ਹੈ, ਉਹ ਮਤਾਈਆ ਡਰਾਮਾ ਜਿਹਦੇ 'ਚੋਂ ਕੰਮ ਕਰ ਰਿਹਾ। ਮਤਲਬ ਫਹੀਮ ਦੀ ਇੱਕ ਸੀਰੀਜ਼ ਚੱਲੀ ਸੀ। ਤੇ ਆਪਣੇ ਤੌਰ ਤੇ ਕੋਸ਼ਿਸ਼, ਮੈਂ ਜਦੋਂ ਇਲੈਕਸ਼ਨਸ 'ਚ ਉੱਥੇ ਗਿਆ ਗੜੀ ਸ਼ਾਹੂ, ਤੇ ਮੈਨੂੰ ਆ ਕੇ ਮਿਲੇ ਸੀ, ਆਪਣਾ ਮੇਰਾ ਰਾਬਤਾ ਸੀ ਸਲਮਾਨ ਪੀਰਜ਼ਾਦਾ ਸਾਹਿਬ ਨਾਲ, ਬਲਕਿ ਉਸਮਾਨ ਪੀਰਜ਼ਾਦਾ ਸਾਹਿਬ ਨਾਲ ਸੀ, ਜਿਹੜਾ ਉਹਨਾਂ ਦਾ ਉਹ ਹੈ ਪੁਤਲੀਕਾਰ ਰਾਸਤੇ ਕਹਾਣੀਆਂ। ਮਤਲਬ ਇਹ ਰਸਤੇ ਤੇ ਤੁਸੀਂ ਸਟਾਰਟ ਕਰਨੇ ਖੁਦ। ਹੁਣ ਮੇਰਾ ਤਾਂ ਮੌਕਫ ਹੈ ਵੀ ਕੋਈ ਵੀ ਰਾਈਟਰ ਜਿਹੜਾ ਕੰਟੈਂਪਰੇਰੀ ਰਾਈਟਰ ਹੈ, ਉਹ ਕੋਈ ਵੀ ਰਸਤਾ ਅਗਰ ਕੱਢਦਾ ਹੈ ਤੇ ਉਹ ਬਾਕੀ ਰਾਈਟਰਾਂ ਦਾ ਵੀ ਫਾਇਦਾ ਕਰਦਾ, ਉਸ ਰਸਤੇ ਤੇ ਉਹ ਵੀ ਆ ਸਕਦੇ ਆ। ਸਾਡਾ ਪ੍ਰੋਬਲਮ ਹੈ ਵੀ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚ ਲੈਂਦੇ, ਠੀਕ ਹੈ ਨਾ ਜੀ। ਮਤਲਬ ਜਿਹੜਾ ਨਾ ਜੀ ਵੀ ਅਗਰ ਇੱਕ ਸਾਈਡ ਤੇ ਗਿਆ ਤੇ ਉਹਨੂੰ ਧਰੂ ਲਓ ਪਿੱਛੇ ਨੂੰ, ਅਗਰ ਅਸੀਂ ਸਾਰੇ ਮਤਲਬ ਜਿਹੜਾ ਨਾ ਮਿਨ ਹੈਸਲ। ਅੱਛਾ, ਦੂਜਾ ਬਾਈ ਦਾ ਵੇ ਖਾਲਸਾ ਸਾਹਿਬ, ਤੁਸੀਂ ਮੈਨੂੰ ਦੱਸੋ ਵੀ ਜਿਹੜੇ ਕੰਟੈਂਪਰੇਰੀ ਰਾਈਟਰਸ ਨੇ, ਕਿਆ ਉਹ ਇੱਕ ਦੂਜੇ ਦੀ ਤਨਕੀਦ ਕਰ ਸਕਦੇ ਨੇ? ਜਾਂ ਉਹ ਤਨਕੀਦ ਕਰ ਸਕਦੇ ਨੇ ਜਾਂ ਲਿਖ ਸਕਦੇ ਨੇ। ਨਾਕਦ ਹੋਰ ਹੁੰਦੇ ਨੇ
ਤਨਕੀਦਨਕਾਰ ਹੋਰ ਹੁੰਦੇ ਨੇ, ਰਾਈਟਰ ਹੋਰ। ਹੁਣ ਜਿਹੜੇ ਮੇਰੇ ਹਮ ਅਸਰ ਰਾਈਟਰਸ ਨੇ, ਮੈਨੂੰ ਕੋਈ ਹੱਕ ਨਹੀਂ ਮੈਂ ਉਹਨਾਂ ਤੇ ਤਨਕੀਦ ਕਰਾਂ, ਸਹੀ, ਉਹਨਾਂ ਨੂੰ ਕੋਈ ਹੱਕ ਨਹੀਂ ਮੇਰੇ ਤੇ ਤਨਕੀਦ। ਆਪਣਾ ਆਪਣਾ ਕੰਮ ਕਰਨਾ ਚਾਹੀਦਾ। 30 ਸਾਲਾਂ ਬਾਅਦ ਜਦੋਂ ਅਸੀਂ ਮਾਰਕਅਪ ਜਾਵਾਂਗੇ, ਜਿਵੇਂ ਇਸ਼ਤਾਕ ਅਹਿਮਦ ਸਾਹਿਬ ਦੁਨੀਆ ਤੋਂ ਚਲੇ ਗਏ, ਅੱਜ ਉਹਨਾਂ ਦਾ ਕੰਮ ਜਿਹੜਾ ਐਨਾਲਾਈਜ਼ ਹੋ ਰਿਹਾ ਵੀ ਉਹਨਾਂ ਨੇ ਕੰਮ ਕੀਤਾ ਜੀ। ਇਹ ਤੇ ਮੁਰਖੀਨ ਦਾ ਕੰਮ ਹੈ, ਹਿਸਟੋਰੀਅਨਸ ਦਾ ਕੰਮ ਹੈ ਵੀ ਉਹ ਸਾਡੇ ਕੰਮ ਨੂੰ ਜੱਜ ਕਰਨ ਵੀ ਕੌਣ ਅੱਛਾ ਕਰ ਗਿਆ ਕੌਣ। ਕਦੀ ਅਸੀਂ ਤੇ ਇੱਕ ਰੇਲ ਦੀਆਂ ਪਟਰੀਆਂ ਵਾਂ। ਮੈਂ ਨਜ਼ੀਰ ਅੰਬਾਲਵੀ ਸਾਹਿਬ ਤਰ੍ਹਾਂ ਨਹੀਂ ਲਿਖ ਸਕਦਾ, ਉਹ ਮੇਰੇ ਤਰ੍ਹਾਂ ਨਹੀਂ ਲਿਖ ਸਕਦੇ। ਤਸਨੀਮ ਜਾਫਰੀ ਸਾਇੰਸੀ ਕਹਾਣੀ, ਹਰ ਬੰਦੇ ਨੂੰ ਮਿਲਟਰੀ ਦੇ ਤਾਰਕ ਰਿਆਜ਼ ਸਾਹਿਬ ਨੇ, ਮਤਲਬ ਹਰ ਬੰਦੇ ਨੂੰ, ਅਲੀ ਅਕਮਲ ਤਸਵਰ ਦਾ ਤੁਸੀਂ ਨਾਂ ਲਿਆ, ਅਬਦੁਲ ਰਸ਼ੀਦ ਫਾਰੂਕੀ, ਹਰ ਬੰਦੇ ਦਾ ਆਪਣਾ ਇੱਕ ਦੇਖੋ। ਤੁਹਾਡਾ ਮੈਗਜ਼ੀਨ ਛਪਦਾ ਹੀ ਇਸ ਤਰ੍ਹਾਂ ਵੀ ਉਹਦੇ 'ਚ ਮੇਰੀ ਕਹਾਣੀ ਵੀ ਹੋਵੇ, ਨਜ਼ੀਰ ਅੰਬਾਲਵੀ ਸਾਹਿਬ ਦੀ ਕਹਾਣੀ ਵੀ ਹੋਵੇ, ਇੱਕ ਗੁਲਦਸਤਾ ਵਾ। ਇੱਕ ਬੱਚਾ ਜਿਹੜਾ ਉਹ ਸਿਰਫ ਇੱਕ ਰਾਈਟਰ ਦੀ ਕਹਾਣੀ ਨਹੀਂ, ਰਸਾਲਾ ਖਰੀਦੇ ਹੀ ਉਹਨੇ ਜਿਹੜੇ ਹਰ ਰਾਈਟਰ ਦੀ ਕਹਾਣੀ ਜਿਹੜੀ। ਤੇ ਇਹ ਜੇ ਦੇਖੋ ਨਾ, ਮੈਂ ਅਗਰ ਫਰਜ਼ ਕਰੋ ਇੰਸਪੈਕਟਰ ਆ, ਮੇਰੇ 3 ਫੁੱਲ ਲੱਗੇ ਨੇ, ਤੇ ਮੈਂ ਅਗਲਾ ਜਿਹੜਾ ਇੰਸਪੈਕਟਰ ਆਉਂਦਾ ਵਾ ਉਹਦੀ ਇੱਜ਼ਤ ਨਾ ਕਰਾਂ, ਠੀਕ ਹੈ ਨਾ, ਉਹਨੂੰ ਵੀ ਤੇ ਜਿਹੜੇ ਫੁੱਲਾਂ ਤੇ ਮੈਨੂੰ ਮਾਣ ਹੈ ਉਹ ਵੀ ਤੇ 3 ਫੁੱਲ ਲਾਈ ਫਿਰਦਾ, ਠੀਕ ਹੈ ਨਾ ਜੀ। ਇਸ ਕੋਲੋਂ ਬੇਸਿਕਲੀ ਇਹ ਹੈ ਵੀ ਮੈਥੋਲੋਜੀ ਹੈ ਵੇ ਵੀ ਅਸੀਂ ਪੈਰਲਲ ਜਾਣਾ ਹੈ, ਜਿਵੇਂ ਰੇਲ ਦੀਆਂ ਪਟਰੀਆਂ ਜਾਂਦੀਆਂ, ਅਸੀਂ ਇੱਕ ਦੂਜੇ ਨੂੰ ਓਵਰਲੈਪ ਨਹੀਂ ਕਰ ਸਕਦੇ। ਇਹ ਬੰਦ ਹੋ ਜਾਣਾ ਚਾਹੀਦਾ ਸਿਲਸਿਲਾ, ਮਤਲਬ ਰਲ ਮਿਲ ਕੇ ਕੋਸ਼ਿਸ਼ ਹੋਣੀ ਚਾਹੀਦੀ, ਇੱਕ ਫੋਰਮ ਹੋਵੇ, ਠੀਕ ਹੈ ਨਾ ਜੀ, ਉਹਦੇ ਤੇ ਚਲੋ ਮਤਲਬ ਜਿਹੜਾ ਨਾ ਕੋਈ ਡਿਬੇਟ, ਇੱਥੇ ਹਰ ਬੰਦਾ ਮਤਲਬ ਜਿਹੜਾ ਨਾ ਜੀ ਉਹ ਸਾਰਿਆਂ ਦਾ ਸਾਈਂ ਬਣ ਜਾਂਦਾ ਜੀ। ਕਿਸੇ ਜਿਹਨੂੰ ਜਿਹੜਾ ਮੌਕਾ ਮਿਲਦਾ ਉਹ ਦੂਜੇ ਨੂੰ ਮਤਲਬ ਜਿਹੜਾ ਅੱਗੇ ਨਹੀਂ ਆ। ਅੱਛਾ, ਤੁਸੀਂ ਸਮਝਦੇ ਹੋ ਕਿ ਸਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਹੈ, ਉਹ ਸਾਡੀ ਨਈ ਨਸਲ ਦੀ ਜਿਹੜੀ ਅਦਬੀ ਜ਼ਰੂਰੀਆਤ ਚ ਉਹਦਾ ਕੋਈ ਹਿੱਸਾ ਪਾ ਰਿਹਾ? ਹਾਂਜੀ, ਅਲਟੀਮੇਟਲੀ ਤੇ ਸਾਰਾ ਕੁਝ ਉਧਰ ਹੀ ਜਾ ਰਿਹਾ। ਲੇਕਿਨ ਇਹ ਵੀ ਕਿ ਵੀ ਮੈਂ ਇੱਕ ਐਗਜ਼ਾਮਪਲ ਦਿੰਦਾ 70s ਦੀ, ਜਦੋਂ ਬਹੁਤ ਸਾਰੇ ਰਾਈਟਰ ਇਕੱਠੇ ਲਿਖ ਰਹੇ ਸੀ, ਉਹਨਾਂ ਦੇ ਦਰਮਿਆਨ ਵੀ ਬੜਾ ਫੇਸ ਕੰਪੀਟੀਸ਼ਨ ਸੀ, ਅਦਾਰਿਆਂ ਦੇ ਦਰਮਿਆਨ ਬੜਾ ਫੇਸ ਕੰਪੀਟੀਸ਼ਨ ਸੀ, ਲੇਕਿਨ ਉਹਦੇ ਵਿੱਚ ਵੀ ਲੋਕਾਂ ਨੇ ਲਿਖਿਆ ਵੀ ਔਰ ਆਪਣੀ ਜਗ੍ਹਾ ਵੀ ਬਣਾਈ, ਠੀਕ ਹੈ ਜੀ। ਤੇ ਅੱਜ ਦਾ ਜਿਹੜਾ ਕੰਪੀਟੀਸ਼ਨ ਹੈ ਸਾਡਾ, ਐਕਚੁਅਲੀ ਫਿਰ ਗੱਲ ਉਹੀ ਆ ਜਾਂਦੀ, ਇੱਕ ਸਾਈਡ ਤੋਂ ਅਸੀਂ ਪਿੱਟੀ ਜਾਂਦੇ ਜੀ ਤਰਜਮਾ ਵੀ ਤਰਜਮਾ ਜਿਹੜਾ ਹੈ ਉਹ ਕਰਾਂਗੇ, ਤੇ ਇਹ ਜਿਹੜਾ ਹੁਣ YouTube ਚੈਨਲਸ ਨੇ ਜਾਂ ਸਾਰਾ ਕੁਛ ਹੈ ਜਾਂ ਬਾਹਰ ਦੀ ਜਿਹੜੀ ਯਲਗਾਰ ਹੈ, ਉਹੀ ਤੇ ਚੀਜ਼ਾਂ ਆ ਰਹੀਆਂ ਜੀ, ਉਹਨਾਂ ਨਾਲ ਹੀ ਤੇ ਸਾਡਾ ਕੰਪੀਟੀਸ਼ਨ। ਤਰਜਮਾ ਨਿਗਾਰਾਂ ਨਾਲ ਵੀ ਸਾਡਾ ਕੰਪੀਟੀਸ਼ਨ ਹੈ ਹੀ ਸੀ, ਤਬਾਦਾਦ ਜਿਹੜਾ ਸੀ ਉਹ ਇੱਕ ਹੀ ਚੀਜ਼। ਹੁਣ ਸਾਨੂੰ ਹਰ ਚੀਜ਼, ਬਲਕਿ ਜਿਹੜੇ ਤਬਾਦਾਦ ਲਿਖਦੇ ਸੀ ਉਹ ਸ਼ਾਇਦ ਹੁਣ ਉਹਨਾਂ ਨੂੰ ਇੰਨਾ ਤਰਜਮਾ ਨਿਗਾਰਾਂ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਅਗਰ ਮਿਹਰਬਾਨੀ ਕਰਨ ਤੇ ਉਹ ਜਿਹੜੀਆਂ ਨਾ ਜੀ ਜਿਹੜੇ ਬਾਹਰਲੀਆਂ ਕਹਾਣੀਆਂ ਨੇ ਉਹਨਾਂ ਨੂੰ ਉਹ ਦੇਖਣ ਤੇ ਉਹਦੇ ਮੁਤਾਬਕ ਜਿਹੜਾ ਨਾ ਜੀ ਉਹ ਕੰਪੀਟੀਸ਼ਨ ਆਪਣਾ ਦੇਖਣ ਵੀ ਅਸੀਂ ਆਪਣੇ ਆਪ ਨੂੰ ਕਿੰਨਾ ਬਿਹਤਰ ਕਰ ਸਕਦੇ ਹਾਂ। ਠੀਕ। ਤੇ ਜਿਹੜਾ ਨਾ ਜੀ ਉਹ ਮੈਂ ਤੇ ਆਹਿਸਤਾ ਆਹਿਸਤਾ ਦੇਖਾ ਦਿਖਾਈ, ਮੈਂ ਤਾਂ 5-6 ਸਾਲ ਪਹਿਲੇ ਆਪਣਾ ਜਿਹੜਾ ਨਾ ਜੀ ਅਹਿਮਦ ਅਦਨਾਨ ਸਟੋਰੀਜ਼ ਦੇ ਨਾਮ ਤੋਂ YouTube ਚੈਨਲ ਮੈਂ ਸਟਾਰਟ ਕੀਤਾ ਸੀ। ਉਦੋਂ AI ਨਹੀਂ ਸੀ, ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਸੀ। ਉਹ ਫਿਰ ਨਾ ਜੀ ਤਸਵੀਰਾਂ ਮੈਨੂੰ ਜਿਹੜੀਆਂ ਨੇ ਗੂਗਲ ਤੋਂ ਲੈਣੀਆਂ ਪਈਆਂ, ਫਿਰ ਮੈਂ ਜੋੜ ਕੇ ਕਹਾਣੀਆਂ ਦੇ ਨਾਲ ਨਾ ਜੀ ਆਪਣੀਆਂ ਦੇ ਨਾਲ ਉਹ ਲਗਾ ਦਿੰਦਾ ਸੀ। ਉਹ ਮੇਰਾ 5-6 ਸਾਲ ਤੋਂ ਚੱਲ ਰਿਹਾ। ਹੁਣ ਮੈਂ ਉਹ AI ਆ ਗਿਆ ਤੇ ਮਤਲਬ ਜਿਹੜਾ ਨਾ ਜੀ ਉਹ ਮੇਰਾ ਹੀ ਇੱਕ ਬਰਖੁਰਦਾਰ ਹੈ, ਕਾਂਸਟੇਬਲ ਹੈ ਅਲੀ ਲੜਕਾ, ਉਹ ਇੱਥੇ ਰੁਡਾਲਾ ਥਾਣਾ ਹੈ, ਉੱਥੇ ਉਹ ਹੈਵੇ ਪੋਸਟਿੰਗ ਹੈ ਉਹਦੀ, ਕਾਂਸਟੇਬਲ ਹੈ। ਤੇ ਉਹ AI ਤੇ ਮੈਨੂੰ ਜਿਹੜੇ ਮੇਰੀਆਂ ਕਹਾਣੀਆਂ ਉਹ ਮੈਂ ਉਹ ਸਾਰੀਆਂ ਜਿਹੜੀਆਂ ਮੇਰੀਆਂ ਇੰਨੀਆਂ 1000s ਕਹਾਣੀਆਂ ਛਪੀਆਂ, ਉਹ ਸਾਰੀਆਂ ਮੈਂ ਉਹ YouTube ਚੈਨਲ ਦੇ ਉੱਤੇ ਜਿਹੜਾ ਨਾ ਜੀ ਉਹ ਐਨੀਮੇਸ਼ਨ ਦੇ ਜ਼ਰੀਏ, ਮਕਸਦ ਤੇ ਸਾਡਾ ਉਹ ਕਹਾਣੀਆਂ ਨੂੰ ਪਹੁੰਚਾਉਣਾ ਨਾ ਜੀ ਬੱਚਿਆਂ ਤੱਕ, ਜਿਹੜਾ ਵੀ ਮੀਡੀਅਮ ਹੋ ਜਾਵੇ। ਸਹੀ। ਅੱਛਾ, ਜਿਹੜਾ ਅੱਜ ਦਾ ਨੌਜਵਾਨ ਲਿਖ ਰਿਹਾ ਉਹ ਐਡੀਟਰ ਤੋਂ ਪਰੇ ਲਿਖਣਾ ਚਾਹੁੰਦਾ, ਕਹਿੰਦਾ ਜਿਸ ਤਰ੍ਹਾਂ ਅੱਗੇ ਵੀ ਅਸੀਂ ਗੱਲ ਕੀਤੀ ਕਿ ਕੋਈ ਚੀਜ਼ ਕੱਟੀ ਨਾ ਜਾਵੇ ਕੁਝ, ਲੇਕਿਨ ਤੁਸੀਂ ਵੀ ਜ਼ਾਹਰ ਆ ਕਿ ਇੰਨੇ ਅਰਸੇ ਤੋਂ ਛਪ ਰਹੇ ਹੋ, ਲਿਖ ਰਹੇ ਹੋ, ਐਡੀਟਰ ਦੀ ਜ਼ਰੂਰਤ ਕਿਆ ਅੱਜ ਵੀ ਹੈ ਜਾਂ? ਸਰ ਤੁਸੀਂ ਮਾਤਾ ਪਿਤਾ ਦਾ ਦਾਤ ਤੇ ਨਹੀਂ ਲਿਖ ਸਕਦੇ, ਮਤਲਬ ਕੋਈ ਵੀ ਚੀਜ਼, ਈਵਨ ਤੁਸੀਂ ਸੋਸ਼ਲ ਮੀਡੀਆ ਤੇ ਰੈਸਟ੍ਰਿਕਸ਼ਨਸ ਨੇ, ਤੁਸੀਂ ਸੋਸ਼ਲ ਮੀਡੀਆ ਤੇ ਵੀ ਹਰ ਚੀਜ਼ ਉਹ ਦੇਖੋ ਨਾ, ਉਹ ਤੇ ਤੁਹਾਡਾ ਮੀਡੀਅਮ ਹੈ, ਆਪਣੇ ਟੈਲੀਫੋਨ ਤੇ ਜੋ ਮਰਜ਼ੀ ਕਰ ਲਓ, ਲੇਕਿਨ ਕਿਆ ਤੁਹਾਨੂੰ ਆਜ਼ਾਦੀ ਵੀ ਤੁਸੀਂ ਜੋ ਮਰਜ਼ੀ ਕਰ ਲਓ, ਐਡੀਟਰਸ਼ਿਪ ਤੇ ਉਹ ਵੀ ਹੈ, ਠੀਕ ਹੈ ਨਾ ਜੀ। ਗੱਲ ਹੈ ਕਿ ਵੀ ਜੇ ਲਿਖਣਾ ਹੈ ਜੀ ਬੱਚਿਆਂ ਵਾਸਤੇ ਬੁੱਕਸ ਜਿਹੜੀਆਂ ਕਿ ਫੋਰਐਵਰ ਫਿਰ ਉਹ ਰਹਿਣੀਆਂ ਜੀ, ਉਹਦੇ 'ਚ ਗਲਤੀਆਂ ਜਿਹੜੀਆਂ ਨੂੰ ਮੋਨੀਟਰ ਹੋਣੀਆਂ। ਤੇ ਜ਼ਾਰਾ ਵੀ ਕੋਈ ਅਗਰ ਤੁਹਾਡੀ ਬਿਹਤਰੀ ਵਾਸਤੇ ਸਾਡੇ ਟੀਚਰ ਸਨ ਪੁਰਾਣੇ ਜਾਂ ਜਿਹੜੇ ਲੋਕ ਸਾਡੀ ਸਲਾਹ ਕਰਦੇ ਨੇ, ਇੱਕ ਦੌਰ ਐਸਾ ਸੀ ਵੀ ਅਸੀਂ ਤੇ ਮਤਲਬ ਉਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ, ਅੱਜ ਵੀ ਉਹਨਾਂ ਦੀ ਇੱਜ਼ਤ ਸਾਡੇ ਦਿਲਾਂ 'ਚ, ਜਿਹਨੇ ਸਾਨੂੰ ਇੱਕ ਚੀਜ਼ ਵੀ ਸਿਖਾਈ ਉਹ ਸਾਡਾ ਉਸਤਾਦ ਹੈ। ਤੇ ਮਤਲਬ ਐਡੀਟਰਸ਼ਿਪ ਜਿਹੜੀ ਉਹ ਬੇਹੱਦ ਜ਼ਰੂਰੀ ਹੈ, ਉਹਦੇ ਵਿੱਚ ਮਤਲਬ ਜਿਹੜਾ ਨਾ ਜੀ ਕੱਟ ਕਰਕੇ ਇੱਕ ਪ੍ਰੋਡਕਟ ਜਿਹੜੀ ਸਾਹਮਣੇ ਲਿਆਣੀ ਹੈ, ਠੀਕ ਹੈ ਨਾ ਜੀ, ਜਿਸ ਵੇਲੇ ਪ੍ਰੋਫੈਸ਼ਨਲੀ ਲਿਖਣਾ ਤੁਸੀਂ ਤੇ ਉਹਦੀ ਤੇ ਇੰਪਰੂਵਮੈਂਟ ਕੁਝ ਅਰਸਾ ਪਹਿਲੋਂ ਤੱਕ ਵੈਸੇ ਨਾ ਜਿੰਨੇ ਪਬਲਿਸ਼ਰ ਸਨ ਨਾ ਉਹਨਾਂ ਸਾਰੇ ਨੇ ਐਡੀਟਰ ਰੱਖੇ। ਹਾਂਜੀ, ਮੈਂ ਆਰਫ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਰਹੀ ਤੇ ਬਾਅਦ ਔਕਾਤ ਉਹਨਾਂ ਕੋਲ ਕੋਈ ਬੁੱਕ ਸ਼ੁੱਕ ਪਈ ਹੁੰਦੀ ਸੀ ਨਾ ਲਿਖੀ ਹੋਈ, ਤੇ ਉਹ ਦੱਸਦੇ ਸਨ ਕਿ ਮੇਰੇ ਕੋ
ਐਡੀਟਿੰਗ ਲਈ ਆਈ ਆ ਹਾਂਜੀ। ਕਿ ਪਬਲਿਸ਼ਰ ਨੇ ਭੇਜੀ ਆ ਕਿ ਇਹਨੂੰ ਤੁਸੀਂ ਉਹਦੇ ਖਾਨੇ 'ਚ ਦੇਖੋ ਕਿ ਹਾਂਜੀ। ਕੋਈ ਘੱਟ ਵੱਧ ਹੈ ਕਿ ਹਾਂਜੀ ਨਹੀਂ ਹੈ। ਹਾਂਜੀ ਤੇ ਇਹ ਮੇਰਾ ਖਿਆਲ ਲਿਖਾਰੀ ਨੂੰ ਵੀ ਚਾਹੀਦਾ ਵਾ ਕਿ ਪਬਲਿਸ਼ਰ ਨੂੰ ਕਹਿਣਾ ਕਿ ਜਨਾਬ ਇਹਨੂੰ ਕਿਸੇ ਐਡੀਟਰ ਦੇ ਤਹਿਤ ਜ਼ਰਾ ਦੇਖ ਲੈਣਾ। ਸਰ ਉਹ ਇੰਜ ਹੈ ਨਾ ਜੀ ਵੀ ਇੱਕ ਕਿਤਾਬ ਛਪਦੀ ਬੱਚੇ ਦੀ ਜੀ, ਉਹ ਮਾਂ ਪਿਓ ਕੋਲੋਂ ਜ਼ਿੱਦ ਕਰਕੇ ਪੈਸੇ ਆਪਣੇ ਜਮ੍ਹਾਂ ਜੋੜ ਕਰਕੇ ਉਹ ਇੱਕ ਕਿਤਾਬ ਛਪ ਗਈ, ਫਿਰ ਦੁਬਾਰਾ ਜੋੜੇ ਜੀ, ਫਿਰ ਦੂਜੀ ਛਪ ਗਈ ਜੀ, ਫਿਰ ਦੁਬਾਰਾ ਜੋੜੇ, ਫਿਰ ਤੀਜੀ ਛਪ ਗਈ ਜੀ। ਘਰ ਵਾਲੇ ਵੀ ਤੰਗ ਆ ਜਾਂਦੇ ਨੇ। ਦੇਖੋ ਨਾ ਜੀ, ਐਜ਼ ਰਾਈਟਰ ਅਗਰ ਤੁਹਾਡੀ ਪਹਿਲੀ ਕਿਤਾਬ ਤੁਸੀਂ ਪੈਸੇ ਦੇ ਕੇ ਛਪਵਾਈ ਵੀ ਹੈ, ਉਹਨੂੰ ਤੁਸੀਂ ਪੇ ਕਰ ਰਹੇ ਹੋ ਤਾਂ ਉਹ ਐਕਸੈਲ ਵੀ ਕਰਨੀ ਚਾਹੀਦੀ। ਅਗਰ ਦੂਸਰੀ ਵੀ ਨਹੀਂ ਚੱਲੀ, ਤੀਸਰੀ ਵੀ ਨਹੀਂ ਚੱਲੀ, ਚੌਥੀ ਕਿਤਾਬ ਵਾਸਤੇ ਫਿਰ ਤੁਹਾਨੂੰ ਅਦਾਰੇ ਨੂੰ ਪੈਸੇ ਦੇਣੇ ਪੈ ਰਹੇ, ਤੇ ਫਿਰ ਕੋਈ ਹੋਰ ਕੰਮ ਕਰ ਲਓ ਤੁਸੀਂ। ਹਾਂ ਬਿਲਕੁਲ ਸਹੀ ਬਾਤ। ਹਾਂਜੀ। ਅੱਛਾ ਸਰ, ਇੱਕ ਵੈਸੇ ਚੀਜ਼ ਹੈ ਕਿ ਇਹਨਾਂ ਅਦਾਰਿਆਂ ਨੂੰ ਪਹਿਲਾਂ ਤੇ ਜਿਹੜੇ ਸਰਕਾਰੀ ਅਦਾਰੇ ਉਹ ਵੀ ਅਵਾਰਡ ਵਗੈਰਾ ਦਿੰਦੇ ਰਹੇ ਨੇ, ਲੇਕਿਨ ਮੇਰਾ ਹੁਣ ਸ਼ਾਇਦ ਨਹੀਂ, ਜਾਂ ਦੂਸਰੇ ਅਵਾਰਡ ਹੁੰਦੇ ਸਨ, ਆ ਜਾ ਕੇ ਆ UBL ਦਾ ਹੀ ਰੌਲਾ ਹੁੰਦਾ, ਹੋਰ ਤੇ ਸ਼ਾਇਦ ਕੋਈ ਅਦਾਰਾ ਨਹੀਂ ਦੇ ਰਿਹਾ। ਇਹਨਾਂ ਨੂੰ ਨਹੀਂ ਚਾਹੀਦਾ ਕਿ ਉਹ ਜਿਹੜੇ ਲੋਕ ਛਪ ਰਹੇ ਨੇ, ਖਾਸ ਸੋਸ਼ਲ ਮੀਡੀਆ 'ਤੇ ਛਪ ਰਹੇ ਨੇ ਜਾਂ ਹੋਰ ਸਾਲਿਆਂ ਛਪ ਰਹੇ, ਹੁਣ ਦੇਖੋ ਕਿ ਹਰ ਬੰਦੇ ਦੀ ਇੰਨੀ ਪਹੁੰਚ ਨਹੀਂ ਹੈ, ਜਿਹੜਾ ਵੀ ਕੋਈ ਲਿਖ ਰਿਹਾ ਨਾ, ਕੋਈ ਕੁਝ ਤੇ ਚਲੋ ਅਮੀਰ ਰਾਈਟਰ ਨੇ, ਉਹਨਾਂ ਲਈ ਤੇ ਪਬਲਿਸ਼ਰ ਦੇ ਦਰਵਾਜ਼ੇ ਖੁੱਲੇ ਨੇ, ਉਹ ਤੇ ਛਪਵਾ ਲੈਂਦੇ ਨੇ। ਮੈਂ ਇੱਕ ਛੋਟਾ ਜਿਹਾ ਹਵਾਲਾ ਦਿੰਦਾ, ਅਲੀ ਅਕਮਲ ਤਸਵਰ, ਸ਼ਾਇਦ ਤੁਸੀਂ ਉਹ ਬੱਚੇ ਨੂੰ ਪੜ੍ਹਿਆ ਹੋਵੇ। ਮੇਰਾ ਖਿਆਲ ਹੈ ਕਿ ਬੱਚਿਆਂ ਦੇ ਅਦਬ 'ਚ ਉਹ ਬਿਹਤਰੀਨ ਲਿਖਣ ਵਾਲਾ, ਇਦਾਂ ਦੇ ਬੰਦਿਆਂ ਦਾ ਅਵਾਰਡ ਦਾ ਹੱਕ ਵੀ ਬਣਦਾ। ਮਤਲਬ ਇਹਨਾਂ ਲੋਕਾਂ ਦੀ ਪਹੁੰਚ ਕਿਸ ਤਰ੍ਹਾਂ ਉਹ UBL ਅਵਾਰਡ ਤੱਕ ਹੋ ਸਕਦੀ? ਸਰ ਉਹਨਾਂ ਦੀ ਪਹੁੰਚ ਉੱਥੋਂ ਤੱਕ ਤੇ ਤਦ ਜਾਏਗੀ ਨਾ ਜੇ ਉਹਨਾਂ ਦੇ ਹੱਥ 'ਚ ਕਿਤਾਬ ਹੋਏਗੀ ਜੀ। ਮੈਂ ਉਹੀ ਗੱਲ ਕਰ ਰਿਹਾ ਨਾ। ਤੇ ਉਹ ਕਿਤਾਬ ਸਰ, ਜਿਹੜੇ ਮੇਰੇ ਹੀ ਕ੍ਰਿਟਿਕ ਨੇ, ਜ਼ਰਾ ਦੇਖੋ ਤਾਂ ਸਹੀ, ਉਹਨਾਂ ਦੇ ਨਾਂ ਤੇ ਪੜੋ ਜਿਹੜੇ ਮੈਨੂੰ ਤਨਕੀਦ ਕਰਦੇ ਨੇ। ਜਿਸ ਵੇਲੇ ਕਿਤਾਬ ਤੁਹਾਡੀ ਛਾਪੀ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ, ਜਿਹੜੀ ਪੈਸੇ ਦੇ ਕੇ ਛਪ ਰਹੀ ਹੈ, ਪਬਲਿਸ਼ਰ ਤੁਹਾਡੀ ਕਿਤਾਬ ਛਾਪ ਹੀ ਹੋ ਰਿਹਾ ਹੈ ਜਿਹੜੀ ਪੈਸੇ ਦੇ ਕੇ ਛਪ ਰਹੀ ਹੈ, ਬਿਲਕੁਲ ਪੈਸੇ ਦੇ ਕੇ ਛਪ, ਇਹਦੇ ਦਰਮਿਆਨ ਇੱਕ ਚੀਜ਼ ਮਾਈਨਸ ਹੋ ਗਈ। ਅਗਰ ਤੁਸੀਂ ਕਿਤਾਬ ਦੇ ਕੇ ਕਿਸੇ ਰਾਈਟਰ ਨੇ ਆਪਣੀ ਕਿਤਾਬ ਪੈਸਿਆਂ ਨਾਲ ਛਪਵਾਉਣੀ ਹੈ ਤੇ ਉਹਨੇ ਪਬਲਿਸ਼ਰ ਨੂੰ ਕਦੀ ਨਹੀਂ ਕੋਈ ਲਫ਼ਜ਼ ਹਜ਼ਫ ਕਰਨ ਦੇਣਾ। ਠੀਕ ਹੈ ਜੀ, ਯਾਨੀ ਐਡੀਟਰ ਦਾ ਰੋਲ ਖਤਮ ਹੋ ਗਿਆ। ਜਿਹੜਾ ਪਬਲਿਸ਼ਰ ਹੈ ਉਹਨੇ ਜਦੋਂ ਪੈਸੇ ਲੈ ਕੇ ਛਾਪਣੀ ਹੈ ਤੇ ਉਹਨੇ ਵੀ ਐਡੀਟਰ ਦਾ ਉਹ ਕੁਹਾੜਾ ਨਹੀਂ ਇਸਤੇਮਾਲ ਕਰਨਾ। ਕਿਤਾਬ ਪੜ੍ਹਨੀ ਨਹੀਂ, ਛਪ ਗਈ ਜੀ, ਉਹਦਾ ਸਟੈਂਡਰਡ ਜਿਹੜਾ ਉਹ ਕੀ ਹੋਏਗਾ ਜੀ। ਹੁਣ ਬੇਸਿਕਲੀ ਮਤਲਬ ਜਿਹੜਾ ਉਹ ਉੱਥੇ ਗਈਆਂ ਕਿਤਾਬਾਂ, ਉਹ ਜ਼ਿਆਦਾਤਰ ਇੱਕ ਹੀ ਅਦਾਰੇ, ਸਾਡਾ ਅਦਾਰਾ ਹੀ ਇੱਕ ਹੈ, ਬੱਚੋਂ ਦਾ ਕਿਤਾਬਘਰ, ਹੁਣ ਉਹਦੇ ਚੋਂ ਹੀ ਕਿਤਾਬਾਂ ਸਭ ਛਪ ਰਹੀਆਂ। ਠੀਕ ਹੈ ਨਾ ਜੀ, ਆਟੋਮੈਟਿਕਲੀ ਉਹ ਇੱਕ ਮੋਨੋਟਮੀ ਹੋ ਗਈ। ਠੀਕ ਹੈ ਨਾ ਜੀ। ਅਲੀ ਅਕਮਲ ਤਸਵਰ ਦੀ ਪ੍ਰੋਬਲਮ ਹੈ ਵੇ ਕਿ ਮੈਂ ਉਹਨੂੰ ਕਈ ਵਾਰੀ ਸਮਝਾਇਆ ਸੀ ਵੀ ਬੁੱਕ ਜਿੰਨੀ ਦੇਰ ਤੇਰੀ ਛਪਣੀ ਨਹੀਂ ਉਨੀ ਦੇਰ ਕੰਪੀਟੀਸ਼ਨ 'ਚ ਨਹੀਂ ਜਾਣੀ। ਠੀਕ ਹੈ ਜੀ, ਜਿੰਨਾ ਮਰਜ਼ੀ ਲਿਖ ਲਓ ਤੁਸੀਂ। ਠੀਕ ਹੈ ਨਾ ਜੀ, ਉਹ ਤਾਂ ਨਹੀਂ ਹੋ ਸਕਦਾ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਐਡੀਟਰ ਤੋਂ ਬਗੈਰ ਸਾਡਾ ਜਿਹੜਾ ਇੱਕ ਅਸੀਂ ਜਿਹਨੂੰ ਜਿੰਨ ਸਮਝਦੇ ਆ ਅੱਜ ਦੇ ਪ੍ਰੈਜ਼ੈਂਟ ਜਿਹੜਾ ਸਾਡਾ ਬੱਚਿਆਂ ਦਾ, ਉਹ ਤੇ ਇਸ਼ਤਿਆਕ ਅਹਿਮਦ ਸਾਹਿਬ ਸਨ। ਸਹੀ, ਇਸ਼ਤਿਆਕ ਅਹਿਮਦ ਸਾਹਿਬ ਨੂੰ ਫਿਰੋਜ਼ ਸੰਸ ਜਦੋਂ ਉਹ ਗਏ ਤੇ 6 ਮਹੀਨੇ ਉਹਨਾਂ ਨੂੰ ਬਾਹਰ ਬਾਈ ਰੱਖਿਆ ਸਈਦ ਲਖ ਸਾਹਿਬ ਨੇ। ਇਹ ਬਾਰ-ਬਾਰ ਜਾਂਦੇ ਸੀ, ਉਦੋਂ ਇਹ ਪ੍ਰੋਬਲਮ ਹੁੰਦੀ ਸੀ। ਇਹ ਸ਼ੇਖ ਨਿਆਜ਼ ਅਹਿਮਦ ਕੋ ਗਏ, ਉਹਨਾਂ ਨੇ ਵੀ ਇਹਦੀ ਕਿਤਾਬ ਨਹੀਂ ਛਾਪੀ ਗੁਲਾਮ ਅਲੀ, ਇਹਨਾਂ ਦੀ ਕਿਤਾਬ ਨਹੀਂ ਛਾਪੀ ਗੁਲਾਮ ਅਲੀ ਅਨਸਾਰ ਤੇ। ਜਿਸ ਦਿਨ ਇਹਨਾਂ ਦੀ ਕਿਤਾਬ ਛਪ ਗਈ ਫਿਰੋਜ਼ ਸੰਸ ਵੱਲੋਂ, ਇਹ ਭੱਜੇ ਗਏ ਸ਼ੇਖ ਨਿਆਜ਼ ਅਹਿਮਦ ਸਾਹਿਬ ਨੂੰ ਦੱਸਿਆ ਕਿ ਜਨਾਬ ਮੇਰੀਆਂ 2 ਕਿਤਾਬਾਂ ਛਪ ਗਈਆਂ। ਠੀਕ ਹੈ ਨਾ, ਸ਼ੋਭਾ ਰੁਸਤਮ ਛਪ ਗਈ, ਉਨਕੇ ਕਾਰਨਾਮੇ ਛਪ ਗਈ। ਨਿਆਜ਼ ਅਹਿਮਦ ਸਾਹਿਬ ਨੂੰ ਯਕੀਨ ਨਾ ਆਇਆ, ਉਹਨਾਂ ਕਿਤਾਬਾਂ ਵੇਖੀਆਂ, ਉਹਦਾ ਰਿਜ਼ਲਟ ਪਤਾ ਕੀ ਨਿਕਲਿਆ? ਫਿਰੋਜ਼ ਸੰਸ ਵੱਲੋਂ ਛਪਣ ਦਾ ਕੀ ਮਤਲਬ ਸੀ? ਉਹਨਾਂ ਨੇ ਜੁਗਨੂ ਦੀ ਅਦਾਲਤ ਵੀ ਦੇਤੀ ਤੇ ਨਾਲ ਹਰ ਮਹੀਨੇ ਇਹਨਾਂ ਦੀ ਕਿਤਾਬ ਛਾਪਣੀ ਸ਼ੁਰੂ ਕਰਤੀ। ਠੀਕ ਹੈ ਨਾ ਜੀ। ਹੁਣ ਮੈਨੂੰ ਤੁਸੀਂ ਦੱਸੋ ਵੀ ਪਾਕਿਸਤਾਨ 'ਚ ਕਿਹੜਾ ਅਦਾਰਾ? ਅੱਛਾ, ਦੂਜਾ ਤੁਸੀਂ ਅਵਾਰਡਾਂ ਦੀ ਗੱਲ ਕੀਤੀ, ਮੈਂ ਤੇ ਕੋਈ ਇਤਰਾਜ਼ ਨਹੀਂ ਕੀਤਾ। ਜਿਹੜੇ ਅਦਾਰੇ ਵੱਲੋਂ ਕਿਤਾਬ ਛਪਦੀ ਹੈ ਉਹ ਅਦਾਰਾ ਉਸੇ ਕਿਤਾਬ ਨੂੰ ਇਨਾਮ ਦਿੰਦਾ। ਕੋਈ ਅਦਾਰਾ ਚੁੱਕ ਕੇ ਦੇਖ ਲਓ। ਠੀਕ ਹੈ ਨਾ ਜੀ, ਮਤਲਬ ਕਿਸੇ ਦਾ ਨਾਮ ਲੈ ਲਓ, ਤੁਹਾਡੀ ਸ਼ਰਤ ਹੈ ਵੇ ਕਿ ਵੀ ਤੁਸੀਂ ਉਸ ਅਦਾਰੇ ਵੱਲੋਂ ਛਪੋ ਤੇ ਫਿਰ ਉਹ ਇਨਾਮ ਦੇ। ਤੁਹਾਡੇ ਕੋਲ ਅਵਾਰਡ ਹੀ ਇੱਕ ਹੈ, ਜਿਹੜਾ ਪ੍ਰੈਸਟੀਜੀਅਸ ਅਵਾਰਡ ਹੈ, UBL ਲਿਟਰੇਰੀ ਅਵਾਰਡ ਹੈ। ਦੂਜੀ ਗੱਲ ਹੈ ਆ ਪੈਸੇ ਜੀ, ਵੀ ਪੈਸੇ ਨਹੀਂ ਦਿੰਦੇ ਜੀ ਬਈ, ਉਹ ਨੈਸ਼ਨਲ ਬੁੱਕ ਫਾਊਂਡੇਸ਼ਨ ਪਿਆ। ਤੁਹਾਡੀ ਪਹੁੰਚ ਗੁਜਰਾਤ ਤੱਕ, ਜਿੱਥੇ ਫੌਜੀ ਸਕੂਲ ਸ਼ੁਰੂ ਹੋ ਜਾਂਦੇ ਨੇ, ਉੱਥੇ ਅੱਗੇ ਪੜ੍ਹਾਈ ਸ਼ੁਰੂ ਹੋ ਜਾਂਦੀ। ਤੁਸੀਂ ਜਿਹੜੀਆਂ ਆਪਣੀਆਂ ਕਹਾਣੀਆਂ ਲੈ ਕੇ ਜਾਂਦੇ ਹੋ ਨੈਸ਼ਨਲ ਬੁੱਕ ਫਾਊਂਡੇਸ਼ਨ, ਉਹ ਕਹਿੰਦੇ ਨੇ ਵੀ ਭਾਈ ਜਾਂ ਤੇ ਇੰਟਰਨੈਸ਼ਨਲ ਲੈਵਲ ਦੀ ਲਿਖ ਕੇ ਲਿਆ ਕੋਈ ਚੀਜ਼, ਅਗਰ ਨਹੀਂ ਲਿਖ ਕੇ ਲਿਆ ਸਕਦਾ ਤਾਂ ਫਿਰ ਤਰਜਮਾ ਕਰ ਲਿਆ। ਠੀਕ ਹੈ ਨਾ ਜੀ। ਹੁਣ ਉੱਥੇ ਸਕਰੂਟਨੀ ਕਮੇਟੀ ਜਿਹੜੀ ਹੈ ਉਹਨਾਂ ਦੀ ਨੈਸ਼ਨਲ ਬੁੱਕ ਫਾਊਂਡੇਸ਼ਨ ਦੀ, ਉਹ ਬੜੀ ਹੈਵੀ ਹੈ। ਹੁਣ ਹਰ ਉਹ ਬੰਦਾ, ਬੜੇ ਜੂਨੀਅਰ ਰਾਈਟਰ ਐਸੇ ਨੇ ਜਿਨ੍ਹਾਂ ਦੀਆਂ ਕਿਤਾਬਾਂ ਛਪੀਆਂ, ਲੇਕਿਨ ਉਹਨਾਂ ਦੀ ਕਿਤਾਬ ਅੱਛੀ ਸੀ, ਉਹਨਾਂ ਨੇ ਵੇਟ ਕੀਤਾ,
ਉੱਥੇ ਕੋਈ ਤਮੀਜ਼ ਨਹੀਂ, ਉੱਥੇ ਜਿਹੜੀ ਕਿਤਾਬ ਉਹਨਾਂ ਦੇ ਹਿਸਾਬ ਦੀ ਆਣੀ ਹੈ ਉਹ ਛਪਣੀ। ਹੁਣ ਮੇਰੇ ਜਿਹੜੇ ਦੋਨੋਂ ਅਵਾਰਡਸ ਨੇ ਉਹ ਦੋਨੋਂ ਅਵਾਰਡਸ ਉਹਨਾਂ ਦੀ ਕਿਤਾਬ ਤੇ ਨੇ। ਜਿਹੜਾ ਮੇਰਾ ਰਨਰ ਅਪ ਅਵਾਰਡ ਹੈ ਉਹ ਸਰੀਰ ਪਬਲੀਕੇਸ਼ਨ ਦੀ ਕਿਤਾਬ ਤੇ ਹੈ। ਹੁਣ ਸਰੀਰ ਪਬਲੀਕੇਸ਼ਨ ਵਾਲੇ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਰਾਈਟਰਾਂ ਨੂੰ ਮਤਲਬ ਜਿਹੜਾ ਨਾ ਜੀ ਉਹ ਛਾਪਦੇ ਬੱਚਿਆਂ ਦੇ ਰਾਈਟਰ, ਅਗਰ ਤੁਹਾਡੇ ਪੱਲੇ ਹੀ ਕੱਖ ਨਾ ਹੋਏ ਛਾਪਦੇ ਨੇ ਇੰਡੀਪੈਂਡੈਂਟ ਅਦਾਰੇ। ਅੱਛਾ, ਅਸੀਂ ਤੁਹਾਡੀ ਕੋਈ ਛੋਟੀ ਜਿਹੀ ਕੋਈ ਤਹਿਰੀਰ ਕੋਈ ਕਹਾਣੀ ਸੁਣਨਾ ਚਾਹੁੰਦੇ ਹਾਂ। ਚਲੋ, ਇਹ ਛੋਟੀਆਂ ਕਹਾਣੀਆਂ ਦੀ ਨਾ ਜੀ ਇਹ ਕਿਤਾਬ ਮੇਰੀ ਸ਼ਾਇਦ ਹੋਈ ਸੀ ਅਹਿਮਦ ਅਦਨਾਨ ਤਾਰਕ की सबक आमोज़ कहानी। अच्छा, चलो ਇਹਦੀ ਪਹਿਲੀ ਕਹਾਣੀ मैं सुना देना। ਇਹਦਾ उन्वान है जहालत की। सनाउल्ला अपने दोस्त को खत लिखाना चाहता था लेकिन लिख नहीं पा रहा था क्योंकि वो अनपढ़ था। इसलिए वो गांव के नंबरदार के पास गया। वो पढ़े लिखे थे। उसने उन्हें दरख्वास्त की कि वो मेहरबानी फरमाकर उसके दोस्त को ख़त लिख दे। नंबरदार साहब किसी काम में बहुत मसरूफ़ थे, लेकिन जब सनाउल्लाह ने उन्हें मजबूर किया तो वो ख़त लिखने के लिए राज़ी हो गए और ख़त लिखने लगे। ख़त शैतान की आंत की तरह लंबा था। नंबरदार साहब ने भी ज़िंदगी में इतना लंबा ख़त किसी को नहीं लिखा था। वो ख़त लिखते लिखते उकता गए तो सनाउल्लाह से पूछने लगे, भाई सनाउल्लाह, आखिर और तुम्हारा ख़त कितना लिखना पड़ेगा? सनाउल्लाह ने सर पर हाथ रख कर उन्हें सलाम किया और कहने लगा, नंबरदार जी बस एक सत्र और लिखते हैं, ज़रा मेरे दोस्त से आखिर में पूछ लें कि आजकल उसका पता क्या है। नंबरदार साहब ने कागज़ परे रख दिया और सनाउल्लाह को देखते ही रह गए। मोरल लेसन है ऐसी भी जहालत से बढ़कर कोई कमज़ोरी नहीं हो सकती। भी खातल खाल खा मारता नंबरदार नूं ते एड्रैस है को नहीं सी। अच्छा, ਤੁਸੀਂ ਬੱਚਿਆਂ ਦੀ ਲਾਇਬ੍ਰੇਰੀ, ਬੱਚਿਆਂ ਦੀ ਅਸੀਂ ਇਤਨੀ ਲਾਇਬ੍ਰੇਰੀ ਕਰਾਂਗੇ ਕਵਾਂਗੇ ਖੈਰ ਤੁਸੀਂ ਇਸ ਵੇਲੇ ਕਿੰਨੇ ਉਹ ਤੋਂ ਅਦਬ ਜੋ ਸਾਂਭ ਚੁੱਕੇ ਹੋ, ਇਹਦੇ ਖਿਆਲ ਤੁਹਾਨੂੰ ਕਿੱਦਾਂ ਆਇਆ? ਤੇ ਇਹ ਜਿਹੜੀਆਂ ਕਿਤਾਬਾਂ ਨਹੀਂ ਕੋਈ ਹਜ਼ਾਰਾਂ ਤੁਸੀਂ ਹਾਂਜੀ ਇਹ ਵਾਕਿਆ ਪੜ੍ਹ ਵੀ ਚੁੱਕੇ ਹੋ ਕਿ? ਆਫ ਕੋਰਸ ਇਹ ਨਾ ਜੀ ਬੱਚਿਆਂ ਦਾ ਅਦਬ ਹੈ। ਹੁਣ ਤੁਸੀਂ ਇੱਥੋਂ ਕੋਈ ਕਿਤਾਬ ਚੁੱਕੋਗੇ ਨਾ ਜੀ, ਲੋਕਾਂ ਨੂੰ ਤੇ ਇਹਨਾਂ ਦੇ ਰਾਈਟਰਸ ਦਾ ਨਹੀਂ ਪਤਾ ਤੇ ਮੈਨੂੰ ਤੇ ਇਹਨਾਂ ਦੇ ਫਿਨਾਲਪੀ ਕਰੈਕਟਰਸ ਦਾ ਵੀ ਪਤਾ। ਫਿਰ ਇਹ ਸਾਰੀ ਲਾਇਬ੍ਰੇਰੀ 'ਚ ਨਾ ਜੀ ਸ਼ਾਇਦ ਹੀ ਕੋਈ ਕਿਤਾਬ ਐਸੀ ਹੋਏਗੀ ਜਿਹੜੀ 70s ਤੋਂ ਅੱਗੇ ਦੀ ਹੋਏਗੀ। 70s ਤੋਂ ਅੱਗੇ ਦਾ ਮਤਲਬ ਹੈ ਜਦੋਂ ਪਾਕਿਸਤਾਨ 'ਚ ਬੱਚਿਆਂ ਦੇ ਅਦਬ ਦਾ ਬੇੜਾ ਗਰਕ ਹੋਇਆ। ਇਹ ਦੇਖੋ ਨਾ ਹੁਣ ਕਾਲਾ ਨਾਗ, ਇਹ ਵੀ ਯੂਨਸ ਅਸਰਤ ਸਾਹਿਬ ਦੀ ਕਿਤਾਬ ਹੈ, ਠੀਕ ਹੈ ਜੀ। ਇਹ ਕਾਲਾ ਨਾਗ ਹੈ ਜੀ ਯੂਨਸ ਅਸਰਤ ਸਾਹਿਬ ਦੀ, ਠੀਕ ਹੈ ਜੀ। ਇਹ ਤੁਸੀਂ ਦੇਖੋ ਵੀ ਇਹ ਹੈ 1900, ਇਹ ਯੂਨਸ ਅਸਰਤ ਸਾਹਿਬ, ਠੀਕ ਹੈ ਜੀ। ਇਹ ਹੈ 1969 ਦੀ। ਇਹ ਹੁਣ ਪੂਰੇ ਪਾਕਿਸਤਾਨ ਦੇ ਵਿੱਚ ਇੱਕ ਕਿਤਾਬ ਕਿਸੇ ਕੋਲ ਨਹੀਂ ਹੈ ਤੇ ਮੇਰੇ ਕੋਲ ਤੁਸੀਂ ਇਹ ਦੇਖੋ ਨਾ ਇਹਦੇ ਨਾਲ ਹੀ ਦੂਜੀ ਵੀ ਪਈ ਕਾਪੀ, ਠੀਕ ਹੈ ਨਾ ਜੀ। ਅਗਰ ਮੈਂ ਇਹਨਾਂ ਨੂੰ ਜਿਸ ਵੇਲੇ ਮੈਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨਾ ਜੀ ਤੇ ਉਦੋਂ ਕਿਸੇ ਨੂੰ ਯਾਦ ਵੀ ਨਹੀਂ ਸੀ ਫਿਰੋਜ਼ਾਂ ਸੀ। ਇਹ 10-10 ਰੁਪਏ ਦੀਆਂ ਕਿਤਾਬਾਂ ਮੈਨੂੰ ਮਿਲ ਗਈਆਂ, ਲੇਕਿਨ ਮੈਨੂੰ ਉਹ ਟਰੈਵਲ ਕਰਨਾ ਪੈਂਦਾ ਸੀ ਫੈਸਲਾਬਾਦੋਂ ਲਾਹੌਰ। ज़रा मैं बाई कार जाना, ਉਹਦਾ ਆਇਲ ਦਾ ਐਕਸਪੈਂਡੀਚਰ, ਫਿਰ ਮੇਰੇ ਨਾਲ ਵੀ ਕਿਸੇ ਨੇ ਜਾਣਾ, ਫਿਰ ਮੇਰਾ ਸਿਕਿਉਰਿਟੀ ਪ੍ਰੋਬਲਮ ਵੀ ਸੀ। ज़रा ਖਾਣਾ ਕਿਸੇ ਐਸੀ ਜਗ੍ਹਾ ਤੋਂ ਖਾਣਾ ਜਿਹੜਾ ਮਤਲਬ ਸੇਫ ਹੋਵੇ ਤੇ ਉਹ ਬਹੁਤ ਜ਼ਿਆਦਾ ਪੈਸੇ ਮੇਰੇ ਲੱਗੇ, ਮਤਲਬ ਇਨ ਕਰੋੜਸ ਲੱਗੇ, ਮਤਲਬ ਲੱਖਾਂ 'ਚ ਨਹੀਂ। ਮਤਲਬ ਜਿਹੜਾ ਨਾ ਜੀ ਹੁਣ ਮੈਂ ਐਵੇਂ ਕੋਈ ਫੜ ਮਾਰੀ ਤੇ ज़रा ਫਿਰ ਉਹਦਾ ਡਰਾਮਾ ਲੱਗ ਜਾਣਾ ਕਿ ਵੀ ਜੀ ਪਤਾ ਨਹੀਂ ਕੀ। ਲੇਕਿਨ ਇਹ ਕਿ ਵੀ ਮੈਂ ਆਖਰੀ 10 ਸਾਲ ਆਪਣੇ ਜਿਹੜੇ ਮਹਿਕਮੇ ਦੇ ਨੇ ਉਹ ਬਜਾਏ ਉੱਥੇ ਲੁੱਟ ਖਸੁੱਟ ਕਰਨ ਦੇ ਕਿ ਵੀ ਜੀ ਮਤਲਬ ਜਿਹੜਾ ਨਾ ਜੀ, ਤੇ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਮੈਂ ਤਾਂ ਕੋਈ ਕਿਤਾਬਾਂ ਦੇ ਵਿੱਚ ਰਹਿਣ ਵਾਲਾ ਤੇ ਬੰਦਾ ਨਹੀਂ। ਮੈਂ ਤੇ ਉੱਥੇ ਗੋਲੀਆਂ ਖਾਧੀਆਂ ਵੀ, ਮਾਰੀਆਂ ਵੀ ਤੇ SHO ਮੁਸਲਸਲ ਆਖਰੀ 10 ਸਾਲ ਲੱਗ ਕੇ ਤੇ ਉਦੋਂ ਇਹ ਕਿਤਾਬਾਂ ਵੀ ਇਕੱਠੀਆਂ ਕੀਤੀਆਂ ਤੇ ਕਿਤਾਬਾਂ ਆਪਣੀਆਂ ਜਿਹੜੀਆਂ 50 ਤੋਂ ਉੱਤੇ ਕਿਤਾਬਾਂ ਉਹ ਮੈਂ ਲਿਖੀਆਂ ਵੀ। ਸਹੀ। ਅੱਛਾ, ਤੁਸੀਂ ਆਪਣੀ ਨਜ਼ਮਾਂ ਦੀ ਵੀ ਇੱਕ ਕਿਤਾਬ ਹਕੀਰ ਤਪੱਸਿਆ ਮਾਰਕੀਟ 'ਚ ਲਿਆਂਦੀ, ਉਹਦੇ 'ਚ ਕੋਈ ਐਸੀ ਨਜ਼ਮ ਤੁਸੀਂ ਜਿਹੜੀ ਅਕਸਰ ਗੁਨਗੁਣਾਉਂਦੇ ਹੋ ਜਾਂ ਪਸੰਦ? ਉਹ ਗੁਨਗੁਣਾਉਣ ਵਾਲੀਆਂ ਨਜ਼ਮਾਂ ਨਹੀਂ ਜੀ, ਉਹ ਐਕਚੁਅਲੀ ਐਸੀਆਂ ਆਜ਼ਾਦ ਨਸਰ ਹੀ ਹੈ, ਨਸਰੀ ਨਜ਼ਮਾਂ ਹੀ ਹੈ। ਉਹ ਐਸੀਆਂ ਹੈ ਨੇ ਸਟੋਰੀਜ਼ ਤੁਸੀਂ ਕਹਿ ਲਓ, ਕਿਉਂਕਿ ਮੇਰੇ ਕੋਲ ਐਜ਼ ਪੁਲਿਸ ਅਫਸਰ ਨਾ ਜੀ ਜਾਂ ਤੇ ਐਸੇ ਲੋਕਾਂ ਨੇ ਆਉਣਾ ਹੁੰਦਾ ਜਿਨ੍ਹਾਂ ਦੇ ਪਰਚੇ ਦਰਜ ਹੋ ਜਾਂਦੇ ਨੇ, ਕਾਬਲੇ ਦਸਤਅੰਦਾਜ਼ੀ ਜੁਰਮ ਹੁੰਦੇ। ਕਈ ਐਸੇ ਜੁਰਮ ਹੁੰਦੇ ਨੇ ਜਿਹੜੇ ਕਾਬਲੇ ਦਸਤਅੰਦਾਜ਼ੀ ਜੁਰਮ ਨਹੀਂ ਹੁੰਦੇ, ਜਿਵੇਂ ਆਇਲੀ ਜ਼ਿੰਦਗੀ ਦੇ ਜੁਰਾਇਮ ਨੇ ਜਾਂ ਮੁਆਸ਼ਰੇ ਦੇ ਵਿੱਚ ਜਿਹੜੀਆਂ ਨਾਮਵਾਰੀਆਂ ਨੇ। ਉਹ ਫਿਰ ਮੈਂ ਆਪਣੀ ਖੁਸ਼ੀ ਵਾਸਤੇ ਜਿਹੜਾ ਨਾ ਜੀ ਕੋਈ ਨਾ ਕੋਈ ਮਤਲਬ ਉਹ ਨਜ਼ਮਾਂ ਲਿਖੀਆਂ। ਉਹਦੇ 'ਚ ਬੜੀ ਮਿਹਰਬਾਨੀ ਹਸਨ ਅਬਾਸੀ ਸਾਹਿਬ ਦੀ, ਉਹਨਾਂ ਨੇ ਮੈਨੂੰ ਬੜਾ ਕਾਇਲ ਕੀਤਾ ਇਸ ਕਰ। ਅਬਾਸ ਤਾਬੇ ਸਾਹਿਬ ਨੂੰ ਬੜੀਆਂ ਪਸੰਦ ਆਈਆਂ ਉਹ ਨਜ਼ਮਾਂ ਤੇ ਉਹ ਮਤਲਬ ਜਿਹੜਾ ਨਾ ਜੀ ਮੇਰਾ ਉਹ ਇੱਕ ਉਹ ਪੈਸ਼ਨ ਆਪਣੇ ਵਾਸਤੇ ਹੈ। ਕਹਿੰਦੇ ਹੋ ਤਾਂ ਮੈਂ ਕਦੀ ਨਜ਼ਮ ਦਾ ਸੁਣਾ ਦੇਣਾ। ਹਾਂਜੀ, ਉਹ ਨਸਰੀ ਨਜ਼ਮ ਹੀ ਹੈ ਜੀ। ਤੇ ਮਤਲਬ ਜਿਹੜਾ ਨਾ ਜੀ ਉਹ ਬਿਲਕੁਲ ਆਮ ਜਿਹੜਾ ਹੈ ਨਾ ਜੀ ਉਹਦੇ ਤੋਂ ਬਲਕਿ ਨਾ ਜੀ ਸਾਡੇ ਵਰਗੇ ਰਾਈਟਰਾਂ ਬਹੁਤ ਤਨਕੀਦ ਤੇ ਫਲਾਂ ਤੇ ਢੀਂਗ ਸਾਰੀ ਜ਼ਿੰਦਗੀ ਤੇ ਸਾਡਾ ਮੁਆਸ਼ਰੇ ਦੇ ਵਿੱਚ ਪ੍ਰੋਬਲਮ ਹੀ ਹੈ ਵੇ
ਵੀ ਸਾਡੇ ਮਜ਼ਾਰ ਬੰਦੇ ਨੇ ਜਦੋਂ ਅਸੀਂ ਮਰ ਜਾਂਦੇ ਹਾਂ। हाँ, ਅਸੀਂ ਉਨੀ ਦੇਰ ਮਸ਼ਹੂਰ ਨਹੀਂ ਹੋ ਸਕਦੇ सही बात, ਜਿੰਨੀ ਦੇਰ ਤੱਕ। सही ਇਹ ਹਮ ਲਿਖਣੇ ਵਾਲੇ ਮੈਂ ਲਿਖਿਆ ਸੀ ਜੀ कि जी कुफत से पंछी आज़ाद हो गया, मेरी रूह का पंछी हैरानी से बिट बिट तकता हुआ, उसे बार बार लगता जैसे सब उसके पीछे बर्बाद हो गया। वो शायरी, वो किताबें, वो शब्बाशियाँ, वो लिखने पे ताने, वो चाय ना मिलनी, एक सिगरेट पे कहना सद हैफ तेरी अयाशियाँ, जिन्हें कभी मेरी मजदूरी नज़र ही ना आई, कब वो करेंगे मेरी तुरबत पे गुलपाशियाँ। मेरी रूह का पंछी बिट बिट तकता मौलक रहा, इन जवाबों का तयन हो तो सही, दुनिया से उसका ताल्लुक रहा। फिर यारे रिंदा के कहने पर जब एक समाधि मेरी भी बना दी गई, कुछ ढाबों के अंदर और ट्रकों के पीछे तस्वीर मेरी लगा दी गई। एक डंडोरा बजा जब बाजार में, वजीफ़ा मेरा मुकर्रर हुआ, तो कोई शेर जैसे बुलंद बांग सा हर सू मुकर्रर मुकर्रर हुआ। बाद मरने के मेरा भी रुतबा हुआ, जल जाए मेरे लिए भी दिया, शायद मेरी सिगरेट, शायद मेरी चाय, जिसको भी मेरा वजीफ़ा मिले, मेरे लिए भी कोई फूल लेकर आए। मेरी रूह का पंछी मेरे हमजादों की तरह बिट बिट तकता रहा और फिर आसमानों में गया। क्या बात, क्या बात है। ਤੇ ਇਹ ਸਾਡਾ ਤੇ ਸ਼ਾਖਸਾਨ ਹੈ ਨਾ ਜੀ, ਵੀ ਇਹ ਸਾਡੀਆਂ ਤੇ ਸਮਾਧੀਆਂ ਜਾਂ ਸਾਰਾ ਕੁਝ ਜਿਹੜਾ ਨਾ ਜੀ ਉਹ ਬਾਅਦ ਚ ਹੁੰਦੀਆਂ, ਪਹਿਲੇ ਭਾਵੇਂ ਭੁੱਖ ਨਾ ਮਰ ਜਾਵੇ। ये थे हमारे साथ जनाब अहमद अदनान तारिक साहब। इनसे हमने आपके सामने खुली डुली गुफ्तगू की, उन्होंने भी खुले डुले अंदाज में अपने दिल की बातें बताई। उम्मीद है आपको ये इंटरव्यू पसंद आएगा। इजाज़त दीजिए जनाब तार।